Alberta Weekly sponsored by Lexus South Point and Wild Rose Garments and Silk Screening, Edmonton। ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਲਬਰਟਾ ਵੀਕਲੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਸਵੀਰ ਦਿਓਲ ਹੋਰੀ ਸ਼ਾਮਲ ਹੋ ਰਹੇ ਨੇ, ਜਿਹੜੇ ਸਾਡੇ ਇੱਥੇ MLA ਨੇ NDP ਪਾਰਟੀ ਵੱਲੋਂ, ਪਰ ਅਲਬਰਟਾ ਲੈਜਿਸਲੇਚਰ ਦੇ ਵਿੱਚ। ਅੱਜ ਹੁਣ ਤੁਹਾਨੂੰ ਪਤਾ ਵੀ ਤਕਰੀਬਨ ਸਾਲ ਦਾ ਅੰਤ ਆ ਰਿਹਾ ਜੀ, ਅਤੇ ਜਸਵੀਰ ਦਿਓਲ ਹੋਰਾਂ ਨਾਲ ਇਹੀ ਗੱਲਬਾਤ ਕਰਨੀ ਆ ਕਿ ਇਸ ਸਾਲ ਦੇ ਵਿੱਚ ਜਿਹੜਾ ਹੈ ਜੀ ਵੀ ਆਪੋਜੀਸ਼ਨ ਜਿਹੜੀ ਆ ਉਹ ਸਰਕਾਰ ਨੂੰ ਕਿੰਨੀਆਂ ਗੱਲਾਂ ਉੱਤੇ ਲੀਹਾਂ 'ਤੇ ਲਿਆ ਸਕੀ ਆ, ਅਤੇ ਸਰਕਾਰ ਜਿਵੇਂ ਕਹਿੰਦੀ ਹੈ ਵੀ ਸਾਡੀਆਂ ਆਹ ਪ੍ਰਾਪਤੀਆਂ ਹੋਈਆਂ, ਅਤੇ ਜਸਵੀਰ ਸਿੰਘ ਹੁਣਾਂ ਦੀ ਪਾਰਟੀ ਕਹਿੰਦੀ ਆ ਵੀ ਇਹਨਾਂ ਨੇ ਇਹਨਾਂ ਗੱਲਾਂ ਦੇ ਵਿੱਚ ਇਹ ਨਾਕਾਮਯਾਬ ਰਹੇ ਨੇ। ਉਹ ਅੱਜ ਆਪਾਂ ਸਾਰੀ ਗੱਲਬਾਤ ਜਸਵੀਰ ਦਿਓਲ ਹੋਰਾਂ ਤੋਂ ਜਾਣਦੇ ਹਾਂ। ਜਸਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓਲ ਸਾਹਿਬ, ਇਹ ਸਾਲ ਜਿਹੜਾ ਤਕਰੀਬਨ ਹੁਣ ਕਹਿ ਲਓ ਵੀ ਸਿਰੇ 'ਤੇ ਆ ਗਿਆ, ਅਤੇ ਇਹ ਸਾਲ ਕਿਵੇਂ ਬੀਤਿਆ ਦੱਸੋ ਲੈਜਿਸਲੇਚਰ ਦੇ ਵਿੱਚ? ਬਹੁਤਾ ਤਾਂ ਦੇਖੋ ਜੀ ਵੀ ਆਪਾਂ ਸਾਰੇ ਜਾਣਦੇ ਹਾਂ, ਅਤੇ ਬਹੁਤ ਹੀ ਅਨਪ੍ਰੈਸੀਡੈਂਟਡ ਅਤੇ ਬਹੁਤ ਹੀ ਗੰਭੀਰ ਦੁਖਦਾਈ ਸਮਾਂ, ਜਿਹਦੇ 'ਚ ਪੂਰਾ ਸੰਸਾਰ, ਇਕੱਲਾ ਕੈਨੇਡਾ ਨਹੀਂ ਹੈ, ਅਲਬਰਟਾ ਨਹੀਂ ਹੈ, ਐਡਮਿੰਟਨ ਦੇ ਲੋਕ ਹੀ ਨਹੀਂ ਹੈ, ਜਿਹਦੇ 'ਚੋਂ ਗੁਜ਼ਰ ਰਹੇ ਆ। ਕਰੋਨਾ ਜਿਹੜੀ ਮਹਾਂਮਾਰੀ ਆ, ਉਹਦੇ ਬੜੇ ਵੇਰੀਐਂਟ ਜਿਹੜੇ ਆ ਸਾਡੇ ਸਾਹਮਣੇ ਆ ਰਹੇ ਆ। ਇੱਕ ਚੀਜ਼ 'ਤੇ ਕਾਬੂ ਪੈਂਦਾ, ਵੈਕਸੀਨੇਸ਼ਨ ਹੋ ਰਹੀ ਆ, ਅਤੇ ਨਵੇਂ ਜਿਹੜੇ ਚੈਲੰਜਸ ਸਾਹਮਣੇ ਆ ਰਹੇ ਨੇ। ਅਲਬਰਟਾ ਦੇ ਵਿੱਚ ਮੋਟੇ ਤੌਰ ਦੇ ਉੱਤੇ ਅਲਬਰਟਾ ਸਾਡਾ ਸੁਰਖੀਆਂ ਵਿੱਚ ਵੀ ਰਿਹਾ ਕਈ ਗੱਲਾਂ ਕਰਕੇ। ਜਿਹੜਾ ਅਲਬਰਟਾ ਦੇ ਹੈਲਥ ਆਰਡਰ ਸੀ, ਉਹਨਾਂ ਨੂੰ ਜਿਹੜੇ ਉਹਦੇ 'ਤੇ ਇੱਥੇ ਦੀ ਯੂਨਾਈਟਿਡ ਕੰਜ਼ਰਵੇਟਿਵ ਗਵਰਨਮੈਂਟ ਨੇ ਜਿਹੜੇ ਡਿਸੀਜਨ ਲਏ ਆ, ਉਹਨਾਂ ਦੇ ਸੰਬੰਧ ਦੇ ਵਿੱਚ ਪ੍ਰੀਮੀਅਰ ਸਾਹਿਬ ਦਾ ਜਿਹੜਾ ਆਪਣਾ ਰੋਲ ਹੈ ਉਹਦੇ ਸੰਬੰਧ ਦੇ ਵਿੱਚ ਵੀ ਇੱਕ ਤਾਂ ਬਹੁਤ ਜਿਹੜੀ ਹਾਈਲਾਈਟ ਦੇ ਵਿੱਚ ਇੱਥੇ ਦੀ ਸਰਕਾਰ ਰਹੀ ਆ, ਉਹ ਇਹਨਾਂ ਕਰਕੇ ਰਹੀ ਆ ਕਿਉਂਕਿ ਪਰ ਕੈਪਟਾ ਜਿਹੜੇ ਲੋਕ ਇੱਥੇ ਉਹ ਸਿੱਖ ਵੀ ਹੋਏ ਨੇ, ਅਤੇ ਪਰ ਕੈਪਟਾ ਜਿਹੜੇ ਵੱਧ ਦੂਜਿਆਂ ਦੇ ਨਾਲੋਂ ਇੱਥੇ ਡੈਥਸ ਵੀ ਜਿਹੜੀਆਂ ਕਾਫੀ ਹੋਈਆਂ, ਅਤੇ ਉਹਦੇ ਵਿੱਚ ਜਿਹੜੇ ਬਣਦੀ ਭੂਮਿਕਾ ਸਰਕਾਰ ਦੀ ਸੀ ਉਹ ਲਗਾਤਾਰ, ਜਾਣੀ ਕਿ ਤੁਸੀਂ ਇਹ ਕਹੋ ਵੀ ਜਿਹੜੇ ਹੈਲਥ ਐਕਸਪਰਟਸ ਨੇ, ਜਿਹੜੇ ਰਿਸਰਚ ਕਰਦੇ ਨੇ ਸਾਇੰਟਿਸਟ ਨੇ, ਉਹ ਲੋਕ ਜਿਹੜੇ ਨੇ, ਉਹਨਾਂ ਤੋਂ ਜਿਹੜੀ ਇਨਫੋਰਮੇਸ਼ਨ ਮਿਲਦੀ ਆ ਸਰਕਾਰ ਨੂੰ, ਉਹਨੂੰ ਹਾਈਡ ਕੀਤਾ ਜਾਂਦਾ ਰਿਹਾ ਔਰ ਡਿਸੀਜਨ ਲੈ ਜਾਂਦੇ ਰਹੇ। ਅਤੇ ਜਦੋਂ ਲੋਕ ਸਵਾਲ ਕਰਦੇ ਸੀ, ਪੱਤਰਕਾਰ ਸਵਾਲ ਕਰਦੇ ਸੀ, ਮੀਡੀਆ ਸਵਾਲ ਕਰਦਾ ਸੀ, ਅਤੇ ਉਹ ਮੁੱਕਰ ਜਾਂਦੇ ਸੀ ਵੀ ਇੱਦਾਂ ਦੀ ਕੋਈ ਇਨਫੋਰਮੇਸ਼ਨ ਹੈ ਨਹੀਂ, ਅਤੇ ਸਰਕਾਰ ਨੇ ਆਪਣੀ ਜਿਹੜੀ ਬੈਸਟ ਉਹ ਆਪਸ਼ਨ ਚੂਜ਼ ਕੀਤੀ ਆ। ਪਰ ਜਦੋਂ ਸਾਰੇ ਇਹ ਹਾਲਾਤਾਂ 'ਚੋਂ ਲੋਕ ਲੰਘਦੇ ਸੀ, ਅਤੇ ਪਹਿਲੀ ਵੇਵ, ਦੂਜੀ ਵੇਵ, ਤੀਜੀ ਵੇਵ ਜਿਹੜੀ ਆ, ਅਤੇ ਉਹਨਾਂ ਦੇ ਦੌਰਾਨ ਬਾਅਦ 'ਚ ਪਤਾ ਲੱਗਾ ਕਿ ਉਹਨਾਂ ਕੋਲ ਸਾਰਾ ਕੁਛ ਹੈ ਸੀਗਾ। ਅਤੇ ਇਹ ਇੱਕ ਬਹੁਤ ਦੁਖਦਾਈ ਪਹਿਲੂ ਰਿਹਾ ਜਿਹੜਾ 2021 ਦਾ ਵਰ੍ਹਾ ਆ, ਅਤੇ ਲੋਕਾਂ 'ਤੇ ਬਹੁਤ ਜ਼ਿਆਦਾ ਇੰਪੈਕਟ ਹੋਇਆ, ਲੋਕਾਂ ਦੀ ਹੈਲਥ ਦੇ ਉੱਤੇ ਹੋਇਆ, ਲੋਕਾਂ ਦੇ ਪਰਿਵਾਰਕ ਮੈਂਬਰ ਜਿਹੜੇ ਆ ਉਹ ਉਹਨਾਂ ਵਿੱਚੋਂ ਵਿਛੜ ਗਏ ਜਿਹੜੇ ਬਿਮਾਰੀ ਦੇ ਕਾਰਨ, ਜਾਂ ਬਹੁਤ ਲੋਕ ਬਿਮਾਰ ਹੋ ਗਏ। ਬਹੁਤ ਸਾਰੇ ਲੋਕ ਇੱਦਾਂ ਦੇ ਜਿਨ੍ਹਾਂ 'ਤੇ ਲੌਂਗ ਟਰਮ ਇੰਪੈਕਟ ਹੋਏ ਬਿਮਾਰੀ ਦੇ। ਬਿਜ਼ਨਸ ਜਿਹੜੀ ਆ ਉਹਨਾਂ ਨੇ ਬੜਾ ਸਟਰਗਲ ਕੀਤਾ, ਉਹਨਾਂ 'ਤੇ ਬੜੀ ਸਟ੍ਰੇਨ ਆ ਇਸ ਕੋਵਿਡ ਦੀ, ਅਤੇ ਇਕੋਨਮੀ ਜਿਹੜੀ ਆ, ਜੋਬਾਂ, ਉਹਨਾਂ 'ਤੇ ਬਹੁਤ ਜ਼ਿਆਦਾ ਅਸਰ ਹੋਇਆ। ਬਹੁਤਾ ਕੁਛ ਤਾਂ ਇਹਦੇ ਦੁਆਲੇ ਘੁੰਮਦਾ ਰਿਹਾ। ਤੁਹਾਨੂੰ ਜਿੱਥੋਂ ਤੋਂ ਹੁਣ ਲੱਗਦਾ ਕਿ ਸਰਕਾਰ ਜਿਹੜਾ ਇਹ ਨਵਾਂ ਵੇਰੀਐਂਟ ਓਮੀਕਰੋਨ ਵਾਲਾ ਆਇਆ ਆ, ਇਹਨੂੰ ਲੈ ਕੇ ਸਰਕਾਰ ਨੇ ਜਿਸ ਤਰ੍ਹਾਂ ਦਾ ਰੋਲ ਅਖੀਰ ਜਿਹਾ ਜਾ ਕੇ ਹੁਣ ਨਿਭਾ ਰਹੀ ਆ, ਉਹ ਕਿਵੇਂ ਲੱਗ ਰਿਹਾ ਤੁਹਾਨੂੰ? ਦੇਖੋ ਜੀ, ਉਹਦੇ ਵਿੱਚ ਉਹ ਪੋਲੀਟੀਕਲ ਜ਼ਿਆਦਾ ਲੱਗਦਾ। ਪੋਲੀਟੀਕਲ ਜਦੋਂ ਕਰਦੇ ਨੇ, ਇੱਕ ਤਾਂ ਇਹ ਆ ਕਿ ਪੋਲੀਟੀਕਲ ਹੋਣਾ ਨਹੀਂ ਚਾਹੀਦਾ ਬੇਸਿਕਲੀ, ਚਲੋ ਸਰਕਾਰ ਦੀ ਰਿਸਪੋਂਸੀਬਿਲਿਟੀ ਵੀ ਆ। ਉਹ ਡਾਕਟਰ ਡੀਨਾ ਹਿੰਚਾ ਜਿਹੜੇ ਚੀਫ ਮੈਡੀਕਲ ਆਫਿਸਰ ਨੇ, ਉਹਨਾਂ ਦਾ ਨਾਮ ਵਰਤ ਕੇ ਉਹ ਆਪਣੇ ਪੋਲੀਟੀਕਲ ਡਿਸੀਜਨ ਲੈਂਦੇ ਨੇ, ਅਤੇ ਜਦੋਂ ਨੁਕਸਾਨ ਹੋ ਜਾਂਦਾ ਬਹੁਤ ਜ਼ਿਆਦਾ, ਅਤੇ ਉਦੋਂ ਇਨਫੋਰਮੇਸ਼ਨ ਸਾਹਮਣੇ ਆਉਂਦੀ ਆ ਕਿ ਉਹਨਾਂ ਨੇ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਆ ਉਹ ਜਿਹੜੇ ਚੀਫ ਮੈਡੀਕਲ ਆਫਿਸਰ ਨੇ ਜਾਂ ਜਿਹੜੇ ਹੈਲਥ ਐਕਸਪਰਟਸ ਨੇ, ਉਹਨਾਂ ਦੀ ਉਹ ਐਡਵਾਈਸ ਜਿਹੜੀ ਲਈ ਨਹੀਂ ਹੁੰਦੀ, ਅਤੇ ਉਹਦੇ ਬੜੇ ਭਿਆਨਕ ਅਤੇ ਬੜੇ ਭੈੜੇ ਸਿੱਟੇ ਜਿਹੜੇ ਅਲਬਰਟਾ ਦੇ ਵਿੱਚ ਨਿਕਲੇ ਆ। ਪਹਿਲਾਂ ਜਿਸ ਤਰ੍ਹਾਂ ਮੈਂ ਦੱਸ ਕੇ ਹਟਿਆ, ਜਿਸ ਤਰ੍ਹਾਂ ਲੋਕਾਂ 'ਤੇ ਅਸਰ ਹੋਇਆ, ਉਹਨਾਂ ਦੀ ਸਿਹਤ 'ਤੇ ਅਸਰ ਹੋਇਆ, ਇਹ ਜਿਹੜਾ ਕੋਵਿਡ ਦੇ ਨਾਲ ਸਿੱਧਾ ਅਸਰ ਹੋਇਆ, ਅਤੇ ਜਿਹੜਾ ਹੈਲਥ ਕੇਅਰ ਸਿਸਟਮ ਇਟਸੈਲਫ ਆ, ਜਿਹੜਾ ਉਹਦੇ 'ਤੇ ਅਸਰ ਹੋਇਆ। ਜਿਹੜੇ ਡਾਕਟਰਸ ਕੰਮ ਕਰਦੇ ਨੇ ਉੱਥੇ, ਨਰਸਾਂ ਕੰਮ ਕਰਦੀਆਂ, ਫਰੰਟ ਲਾਈਨ ਵਾਲੇ ਜਿੰਨੇ ਟੋਟਲ ਵਰਕਰਸ ਨੇ, ਜਿਸ ਤਰੀਕੇ ਦੇ ਨਾਲ ਮੈਂ ਪਿਛਲੇ ਹਫ਼ਤੇ ਹੀ ਮਿਲਿਆ ਰਜਿਸਟਰਡ ਨਰਸ ਨੂੰ ਕਿ ਉਹ ਕਹਿੰਦੀ ਹੁਣ ਇੱਦੋਂ ਜ਼ਿਆਦਾ ਵੇਅਰ ਨਹੀਂ ਹੁੰਦਾ, ਐਕਚੁਅਲੀ ਮੈਂ ਜੋਬ ਕੁਇਟ ਕਰ ਦਿੱਤੀ।
ਤੁਸੀਂ ਅੰਦਾਜ਼ਾ ਲਾ ਕੇ ਦੇਖੋ, ਸਾਰੀ ਉਮਰ ਲਾ ਕੇ ਉਹ ਆਪਣਾ ਕੈਰੀਅਰ ਬਿਲਡ ਕਰਦੇ ਆ। ਤੇ ਕਿੰਨੀਆਂ ਜਿਹੜੀਆਂ ਸਰਜਰੀਜ਼ ਨੇ ਉਹ ਕੈਂਸਲ ਹੋਈਆਂ, ਜਿਹੜੇ ਕੈਂਸਰ ਦੇ ਪੇਸ਼ੈਂਟ, ਹਾਰਟ ਦੇ ਪੇਸ਼ੈਂਟਸ ਆਪਣੀ ਕਮਿਊਨਿਟੀ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ, ਉਹ ਲੋਕ ਜਿਨ੍ਹਾਂ ਨਾਲ ਆਪਣਾ ਬਾਹ ਪੈਂਦਾ, ਉਹ ਕਹਿੰਦੇ ਵੀ ਪੇਸ਼ੈਂਟ ਹਸਪੀਟਲ ਦੇ ਅੰਦਰ ਲੈ ਕੇ ਗਏ ਸੀ, ਸਾਨੂੰ ਉਹਨਾਂ ਨੇ ਡੋਰ ਤੋਂ ਬਾਹਰ ਮੋੜ ਦਿੱਤਾ ਕਿ ਤੁਸੀਂ ਅੰਦਰ ਜਾ ਨਹੀਂ ਸਕਦੇ, ਤੇ ਅੰਦਰ ਗਿਆ ਤੇ ਸਾਡਾ ਪੇਸ਼ੈਂਟ ਮੁੜ ਕੇ ਨਹੀਂ ਆਇਆ। ਸਾਨੂੰ ਇਹ ਵੀ ਨਹੀਂ ਪਤਾ ਕਿ ਉੱਥੇ ਕੀ ਹੋਇਆ, ਤੇ ਹਾਲਾਤ ਇਦਾਂ ਦੇ ਨਹੀਂ ਲੱਗਦੇ ਸੀ ਕਿ ਉਹ ਇਸ ਤਰ੍ਹਾਂ ਇੱਥੋਂ ਇਸ ਦੁਨੀਆ ਤੋਂ ਤੁਰ ਜਾਣਗੇ। ਬੜੇ ਸਵਾਲ ਨੇ, ਬਹੁਤ ਕੁਛ ਆ, ਤੇ ਜਿਹੜੀ ਸਰਕਾਰ ਆ ਉਹਦੇ ਵਿੱਚ ਸਿੰਸੀਅਰਟੀ ਦੀ ਜਿਹੜੀ ਕਾਫੀ ਘਾਟ ਅਜੇ ਵੀ ਨਜ਼ਰ ਆਉਂਦੀ ਆ। ਜਿਸ ਤਰੀਕੇ ਦੇ ਨਾਲ ਕੈਨੀ ਸਾਹਿਬ ਨੇ ਪਿਛਲੇ ਸਮੇਂ 'ਚ ਇੱਕ ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਆਪਣਾ ਰਿਸਪੌਂਸ ਦਿੰਦਿਆਂ ਹੋਇਆ ਜਿਹੜੇ ਕਮੈਂਟਸ ਕੀਤੇ ਨੇ, ਉਹ ਬਹੁਤ ਹੀ ਨਖੇਧੀਜਨਕ ਨੇ। ਉਹਦੇ ਵਿੱਚੋਂ ਸੀਰੀਅਸਨੈਸ ਦੀ ਘਾਟ ਤੇ ਹੈ ਹੀ, ਪਰ ਉਹ ਪੂਰੇ ਰੇਸਿਸਟ ਕਮੈਂਟ ਨੇ। ਤੇ ਮੈਨੂੰ ਵੀ ਮੇਨ ਸਟ੍ਰੀਮ ਮੀਡੀਆ ਦੀ ਕਾਲ ਵੀ ਆਈ ਸੀ, ਗਲੋਬਲ ਦੀ ਵੀ ਆਈ ਸੀ, ਔਰ ਅਸੀਂ ਆਪੋਜੀਸ਼ਨ ਵੱਲੋਂ ਕਿਹਾ ਸੀ ਵੀ ਐਡੀ ਮੂਰਖਤਾ ਵਾਲਾ ਜਿਹੜਾ ਬਿਆਨ ਦਿੱਤਾ, ਉਹਨਾਂ ਨੂੰ ਰਾਈਟ ਵੇ ਪਹਿਲਾਂ ਅਪੋਲੋਜਾਈਜ਼ ਕਰਨਾ ਚਾਹੀਦਾ ਸਾਊਥ ਏਸ਼ੀਅਨ ਕਮਿਊਨਿਟੀ ਦੇ ਕੋਲੋਂ, ਕਿਉਂਕਿ ਇਸੇ ਸਮੇਂ ਦੌਰਾਨ ਹੀ ਜਿਹੜੇ ਇਦਾਂ ਦੀ ਨਾਨ ਸੀਰੀਅਸਨੈਸ ਹੈ, ਪੋਲੀਟੀਸ਼ੀਅਨਾਂ ਦਾ ਜਿਹੜਾ ਮਿਕਸ ਮੈਸੇਜਿੰਗ ਆ, ਤੇ ਸਾਡੇ ਤੇ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਤੇ ਬੜੇ ਰੇਸਿਜ਼ਮ ਦੇ ਜਿਹੜੇ ਅਟੈਕ ਵੀ ਵਧੇ ਨੇ, ਉਹਨਾਂ ਨੂੰ ਸਫਰ ਕਰਨਾ ਪਿਆ। ਬਹੁਤ ਗੈਰ ਜ਼ਿੰਮੇਵਾਰੀ ਵਾਲੀਆਂ ਜਿਹੜੀਆਂ ਗੱਲਾਂ ਉਹ ਸਰਕਾਰ ਦੀਆਂ ਉੱਭਰ ਕੇ ਸਾਹਮਣੇ ਆ ਰਹੀਆਂ। ਪਰ ਦੂਸਰੇ ਪਾਸੇ ਆਪਾਂ ਵੇਖਦੇ ਹਾਂ ਜੀ, ਇਹਨਾਂ ਨੇ ਜਿਹੜਾ ਮਤਲਬ ਹੈਲਥ ਵਰਕਰਸ ਦੇ ਨਾਲ ਇਹਨਾਂ ਦਾ ਕੰਟਰੈਕਟ ਸੀਗਾ ਯੂਨੀਅਨ ਦੇ ਨਾਲ ਪਬਲਿਕ, ਉਹ ਇਹਨਾਂ ਨੇ ਸਾਈਨ ਕਰ ਛੱਡਿਆ ਹੁਣ। ਹਾਂਜੀ, ਉਹ ਅਲਬਰਟਾ ਯੂਨੀਅਨ ਆਫ ਪਬਲਿਕ EMPLOYEES ਦਾ ਉਹ ਕੀਤਾ ਕੁਝ ਟਰਮ ਦੇ ਉੱਤੇ, ਪਰ ਉਹਨਾਂ ਨੂੰ 2019 ਤੋਂ ਲੈ ਕੇ ਹੁਣ ਤੱਕ ਲਮਕਾਉਂਦੇ ਰਹੇ ਨੇ। ਚਲੋ ਇੱਕ ਚੰਗਾ ਪੱਖ ਹੈ ਵੀ ਉਹ ਜਿਸ ਤਰ੍ਹਾਂ ਵੀ ਜਿਹੜੀਆਂ ਯੂਨੀਅਨ ਸੀਗੀਆਂ, ਪਰ ਉਹਨਾਂ ਦੀ ਜਿਹੜੀ ਐਡਵੋਕੇਸੀ ਸੀ ਉਹ ਉਹਨਾਂ ਨੂੰ ਉਹ ਮਿਲਿਆ ਕੁਛ ਨਹੀਂ ਮਿਲਿਆ। ਪਰ ਮੈਂ ਸਮਝਦਾ ਫਿਰ ਵੀ ਇੱਕ ਗੱਲ ਇਹ ਆ ਵੀ ਘੱਟੋ ਘੱਟ ਇਹ ਜਿਹੜਾ ਪ੍ਰੈਸ਼ਰ ਸੀ ਲੋਕਾਂ ਦਾ, ਕਈ ਫਰੰਟ ਨੇ, ਇਕੱਲਾ ਇਹ ਜਿਹੜਾ ਨੈਗੋਸ਼ੀਏਸ਼ਨ ਦਾ ਹੀ ਨਹੀਂ ਸੀ ਪਬਲਿਕ ਯੂਨੀਅਨਸ ਜਿਹੜੀ EMPLOYEES ਉਹਨਾਂ ਨਾਲ, ਹੋਰ ਵੀ ਬੜੇ ਫਰੰਟ ਨੇ, ਚਾਹੇ এনवायरमेंट ਵਾਲਾ ਸੀ, ਚਾਹੇ ਕੁਰਿਕੂਲਮ ਵਾਲਾ ਸੀ, ਕਈ ਫਰੰਟਾਂ ਦੇ ਉੱਤੇ ਜਿੱਥੇ ਪਬਲਿਕ ਪ੍ਰੈਸ਼ਰ ਬਿਲਡ ਹੋਇਆ, ਉਹਨਾਂ ਨੂੰ ਬੈਕਫੁੱਟ ਤੇ ਜਾਣਾ ਪਿਆ। ਪਰ ਉਹਨਾਂ ਨੇ ਆਪਣੀ ਅਪਰੋਚ ਜਿਹੜੀ ਆ ਉਹ ਹਜੇ ਚੇਂਜ ਨਹੀਂ ਕੀਤੀ। ਸਬਕ ਸਿੱਖਣ ਵਾਲੀ ਉਹਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਆਉਂਦੀ। ਤੇ ਤੁਹਾਨੂੰ ਲੱਗਦਾ ਹੁਣ ਤੁਸੀਂ ਆ ਗੱਲ ਕੀਤੀ ਆ ਜਿਹੜਾ ਕਰੀਕੁਲਮ ਵਾਲਾ ਬੱਚਿਆਂ ਵਾਲਾ, ਉਹਦੇ 'ਚੋਂ ਪਤਾ ਲੱਗਾ ਸੀਗਾ ਵੀ ਇੱਕ ਸਕੂਲ ਹੈਗਾ ਜੀ ਜਿਹੜਾ ਇਹ ਕਰੀਕੁਲਮ ਛੱਡ ਕੇ ਉਹ BC ਵਾਲਾ ਅਡਾਪਟ ਕਰ ਰਹੇ ਨੇ। ਨਾਰਥ ਵੈਸਟ ਟੈਰੀਟਰੀਜ਼ ਨੇ ਜੀ ਪਿਛਲੇ 40 ਸਾਲ ਤੋਂ ਵੱਧ ਸਮੇਂ ਤੋਂ ਸਾਡਾ ਉਹਨਾਂ ਨਾਲ ਅਲਬਰਟਾ ਦਾ ਐਗਰੀਮੈਂਟ ਸੀ ਕਿ ਉਹ ਅਲਬਰਟਾ ਦਾ ਕੁਰਿਕੂਲਮ ਨਾਰਥ ਵੈਸਟ ਟੈਰੀਟਰੀਜ਼ 'ਚ ਪੜ੍ਹਾਇਆ ਜਾਂਦਾ ਸੀ। ਇਹਨਾਂ ਦੀਆਂ ਜਿਹੜੀਆਂ ਪ੍ਰਪੋਜ਼ਲ ਆਉਣ ਤੋਂ ਬਾਅਦ ਉਹਨਾਂ ਨੇ ਪਹਿਲਾਂ ਆਪਣਾ ਇਤਰਾਜ਼ ਜਤਾਇਆ, ਅੱਛਾ, ਔਰ ਉਹਦੇ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਕੰਟਰੈਕਟ ਜਿਹੜਾ ਐਗਰੀਮੈਂਟ ਆ ਉਹ ਕੈਂਸਲ ਕਰਤਾ, ਤੇ ਉਹਨਾਂ ਨੇ BC ਵਾਲਾ ਜਿਹੜਾ ਆ ਕੁਰਿਕੂਲਮ ਜਿਹੜਾ ਅਡਾਪਟ ਕਰ ਲਿਆ। ਇਹ ਬਹੁਤ ਹੀ ਯਾਨੀ ਕਿ ਸ਼ਰਮਿੰਦਗੀ ਵਾਲੀ ਵੀ, ਦੁੱਖ ਵਾਲੀ ਵੀ ਗੱਲਬਾਤ ਹੈ। ਇਹ ਪਰਸੋਂ ਦੀ ਸ਼ਾਇਦ ਗੱਲ ਹੈ ਜਾਂ ਇਸ ਵੀਕ ਦੀ ਗੱਲ ਹੈ, ਲਾਸਟ ਵੀਕ ਦੀ, ਅੱਜ ਸੰਡੇ ਹੋ ਗਿਆ। ਕੈਲਗਰੀ ਸਕੂਲ ਬੋਰਡ ਜਿਹੜਾ ਹੈਗਾ ਐਜੂਕੇਸ਼ਨ ਹੈ, ਉਹਨਾਂ ਨੇ ਦੁਬਾਰਾ ਲੈਟਰ ਲਿਖ ਕੇ ਕਿਹਾ ਵੀ ਸਰਕਾਰ ਸਾਡੇ ਤੇ ਕਿਉਂ ਫੋਰਸ ਕਰ ਰਹੀ ਹੈ, ਕਿਉਂ ਇਹ ਧੱਕਾ ਕਰ ਰਹੀ, ਜਦ ਕਿ ਸਾਡੇ ਸਕੂਲ ਬੋਰਡ ਟਰਸਟੀ, ਸਾਡੇ ਟੀਚਰ, ਸਾਡੇ ਪੇਰੈਂਟਸ ਔਰ ਅਲਬਰਟਾ ਦੇ ਜਿਹੜੇ ਸਾਰੇ ਸਕੂਲ ਨੇ, ਸਕੂਲ ਬੋਰਡ ਨੇ, ਉਹ ਕਹਿ ਚੁੱਕੇ ਨੇ ਕਿ ਅਸੀਂ ਇਹ ਪਾਇਲਟ ਪ੍ਰੋਜੈਕਟ ਨਹੀਂ ਕਰਨੇ ਹੈਗੇ, ਅਸੀਂ ਇਹਨੂੰ ਲਾਗੂ ਨਹੀਂ ਕਰਨਾ। ਤਦ ਵੀ ਜਿਹੜੀ ਗਵਰਨਮੈਂਟ ਆ ਸਾਡੇ ਤੇ ਫੋਰਸ ਕਰਨਾ ਚਾਹੁੰਦੀ, ਉਹਨਾਂ ਨੇ ਕਲੀਅਰਲੀ ਕਿਹਾ ਵੀ ਇਸ ਕੁਰਿਕੂਲਮ ਦੇ ਵਿੱਚ ਡਿਵੈਲਪਮੈਂਟਲੀ ਐਪਰੋਪਰੀਏਟ ਨਹੀਂ ਹੈ, ਇਹ 'ਚ ਲੈਕ ਆਫ ਲੌਜਿਕਸ ਨਹੀਂ ਹੈ, ਇਹ 'ਚ ਫੋਕਸ ਨਹੀਂ ਹੈ ਕ੍ਰਿਟੀਕਲ ਥਿੰਕਿੰਗ ਦਾ। ਔਰ ਵੱਡੀ ਗੱਲ ਇਹਦੇ 'ਚ ਜਿਹੜਾ ਡਿਵਰਸਿਟੀ ਜਿਹੜੀ ਆ, ਇਨਕਲੂਜਨ ਆ, ਉਹਦੇ ਵਿੱਚ ਪ੍ਰੋਪਰ ਉਹਦੇ ਤੇ ਕੋਈ ਫੋਕਸ ਨਹੀਂ, ਉਹਦੇ ਵਿੱਚ ਕੋਈ ਉਹਦੇ ਤੇ ਧਿਆਨ ਨਹੀਂ ਦਿੱਤਾ ਗਿਆ। ਤੇ ਫਿਰ ਇਹ UCP ਜਿਹੜੀ ਹੈ ਜੀ ਉਹ ਬਜ਼ਿੱਦ ਕਿਉਂ ਆ, ਉਹ ਬਾਰ-ਬਾਰ ਉਸ ਗੱਲ ਨੂੰ ਕਿਉਂ ਲਿਆ ਰਿਹਾ ਹੈ? ਦੇਖੋ ਜੀ, ਜਦੋਂ ਇਹ UCP ਸਰਕਾਰ ਬਣੀ ਹੈ, ਇਹ ਸਾਨੂੰ ਸਾਰਿਆਂ ਨੂੰ ਪਤਾ, ਇਹਨਾਂ ਨੇ ਕੰਜ਼ਰਵੇਟਿਵ ਦੇ ਮੂਹਰੇ ਇੱਕ ਨਾਂ ਲਾਇਆ ਸੀ ਜੂ, ਜਿਹੜਾ ਉਹਦੇ ਬਾਰੇ ਵੀ ਬੜੇ ਅੱਜ ਕੱਲ੍ਹ ਚਰਚੇ ਨੇ ਕਿ ਉਹ ਜੂ ਕਿੰਨਾ ਚਿਰ ਰਹਿਣਾ, ਇਹਨਾਂ ਦੇ ਨਾਲ ਕਿੰਨਾ ਚਿਰ ਨਹੀਂ ਰਹਿਣਾ। ਪਰ ਉਹ ਜਿਹੜੀ ਆਈਡੀਓਲੋਜੀ ਇਹਨਾਂ ਦੇ ਪਿੱਛੇ ਐਕਸਟ੍ਰੀਮ ਦੀ ਆਈਡੀਓਲੋਜੀ ਆ, ਉਹਨੂੰ ਲਾਗੂ ਕਰਨ ਦੇ ਵਿੱਚ ਉਹਦੀ ਕੋਈ ਸਾਰਥਕਤਾ ਨਹੀਂ ਹੈ। ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਚੇਂਜ ਆ ਰਹੀ ਆ, ਦੁਨੀਆ ਨੇੜੇ ਹੋ ਰਹੀ ਆ, ਨਵੀਂ ਇਨਫੋਰਮੇਸ਼ਨ ਸਾਹਮਣੇ ਆ ਰਹੀ ਆ, ਔਰ ਦੁਨੀਆ ਨੇ ਜਿੱਧਰ ਨੂੰ ਵਧਣਾ, ਸਾਇੰਸ ਵੱਲ ਨੂੰ ਵਧਣਾ, এনवायरमेंट ਚੇਂਜ ਹੋ ਰਿਹਾ। ਫਿਰ ਤੁਸੀਂ ਦੇਖੋ ਜਿਹੜੇ ਤੁਹਾਡੇ ਕਨਵੈਨਸ਼ਨਲ ਵੇ ਆ, ਟ੍ਰੈਡੀਸ਼ਨਲ ਜਿਹੜੇ ਤੁਹਾਡੇ ਰਿਸੋਰਸਿਸ ਆ, ਇਕੋਨਮੀ ਦੇ ਬੇਸਿਸ ਆ, ਉਹ ਚੇਂਜ ਹੋ ਰਹੇ ਆ। ਉਹਨਾਂ 'ਤੇ ਯਾਨੀ ਕਿ ਧਿਆਨ ਦੇਣ ਦੀ ਬਜਾਏ ਉਹ ਜਿਹੜੀ ਇੱਕ ਕੱਟੜ ਪਹੁੰਚ ਹੈ
ਉਹਦੇ ਤੇ ਟਿਕੇ ਹੋਏ ਆ, ਹਜੇ ਵੀ ਉੱਥੇ ਬੈਠੇ ਨੇ। ਤੇ ਜਿਹਦਾ ਬਹੁਤ ਕੈਨੇਡਾ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਇੱਥੋਂ ਦਾ ਜਿਹੜਾ ਮੂਲ ਭਾਈਚਾਰਾ, ਉਹਨਾਂ ਨੇ ਬਹੁਤ ਵੱਡਾ ਇਹਦੇ ਵਿੱਚ ਸੈਕਰੀਫਾਈਸ ਕੀਤਾ। ਔਰ ਘੱਟ ਗਿਣਤੀਆਂ ਨੂੰ ਜਿਹੜਾ ਅਸੀਂ ਆ, ਹਜੇ ਕਈ ਵਾਰੀ ਉਸ ਤਰ੍ਹਾਂ ਮਹਿਸੂਸ ਨਹੀਂ ਹੁੰਦਾ। ਆਉਣ ਵਾਲੇ ਸਮੇਂ 'ਚ ਬਹੁਤ ਇੰਪੈਕਟ ਕਰੂਗਾ ਸਾਡੇ ਜਿਹੜਾ ਫਿਊਚਰ ਨੂੰ। ਦੂਸਰੀ ਇਹ ਗੱਲ ਸੀਗੀ ਜੀ ਵੀ ਜਿਹੜੀ ਸਰਕਾਰ ਦਾ ਇਹ ਸੀਗਾ ਸਭ ਤੋਂ ਜ਼ਿਆਦਾ ਜਿਹੜਾ ਐਮਫੈਸਿਸ ਇੱਥੇ ਸੀ ਵੀ ਵੱਡੀਆਂ ਕਾਰਪੋਰੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਥੋੜ੍ਹੇ ਟੈਕਸ ਤੋਂ ਛੋਟ ਦਿੱਤੀ ਜਾਏ ਅਤੇ ਇਨਵੈਸਟਮੈਂਟ ਜਿਹੜੀ ਆ ਉਹ ਤਾਂ ਹੀ ਆਉਣੀ ਆ ਸੂਬੇ ਦੇ ਵਿੱਚ ਵੀ ਉਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਵੇ। ਤੁਹਾਨੂੰ ਲੱਗਦਾ ਵੀ ਉਹ ਗੱਲ ਇਹਨਾਂ ਦੀ ਸਾਰਥਕ ਸਿੱਧ ਹੋਈ ਹੈ ਜੀ? ਉਹ ਸਾਰਥਕ ਸਿੱਧ ਹੋ ਨਹੀਂ ਸਕਦੀ ਜੀ। ਇਹਦੇ 'ਤੇ ਡਿਬੇਟ ਬੜੀ ਹੋਈ ਸੀ। ਮੈਂ ਖੁਦ ਇਹਦੇ 'ਤੇ ਡਿਬੇਟ 'ਚ ਕਈ ਵਾਰ ਹਿੱਸਾ ਲਿਆ। ਅਤੇ ਲਾਸਟ ਵਾਰ ਮੈਨੂੰ ਪਤਾ ਮੈਂ ਕੋਈ US ਦੇ ਆਰਟੀਕਲ ਕੱਢ ਕੇ ਜਿਹੜੇ ਆ ਉੱਥੇ ਪੇਸ਼ ਕੀਤੇ ਸੀ। ਪਹਿਲਾਂ ਉਹਨਾਂ ਨੂੰ ਕੋਟ ਕੀਤਾ, ਫਿਰ ਉਹ ਜਦੋਂ ਤੁਸੀਂ ਰੈਫਰੈਂਸ ਦਿੰਦੇ ਕਿਸੇ ਚੀਜ਼ ਦਾ, ਉਹ ਤੁਹਾਨੂੰ ਪ੍ਰੂਫ ਦੇ ਤੌਰ ਦੇ ਉੱਤੇ ਪ੍ਰੋਵਾਈਡ ਕਰਨਾ ਪੈਂਦਾ। ਫਿਰ ਉਹਨਾਂ ਦੀਆਂ ਕਾਪੀਆਂ ਜਿਹੜੀਆਂ ਮੈਂ ਉੱਥੇ ਹੈਂਸਟ ਦੇ ਉੱਤੇ ਉਹਨਾਂ ਨੂੰ ਰੈਕਟ ਦੇ ਉੱਤੇ ਜਾਣ ਲਈ ਉਹ ਸਬਮਿਟ ਕੀਤੀਆਂ ਸੀਗੀਆਂ। ਅੱਛਾ। ਉਹਦੇ ਵਿੱਚ ਕਲੀਅਰ ਜਿਹੜਾ ਪੈਟਰਨ ਆ, ਜਿਹੜਾ 80s ਤੋਂ ਜਦੋਂ ਰੋਨਾਲਡ ਰੀਗਨ ਆਏ ਨੇ, ਜਦੋਂ ਰਿਪਬਲਿਕਨ ਆਉਂਦੇ ਨੇ, ਉਹ ਇਹ ਅਪਰੋਚ ਲੈਂਦੇ ਨੇ। ਟ੍ਰਿਕਲ ਡਾਊਨ ਇਕੋਨਮੀ ਉਹਨਾਂ ਨੇ ਉਦੋਂ ਸ਼ਬਦ ਜੋੜਿਆ ਸੀ। ਤੇ ਉਸ ਵੇਲੇ ਜਿਹੜਾ EMPLOYMENT ਹੈ ਬਹੁਤ ਥੱਲੇ ਜਾਂਦਾ ਰਿਹਾ। ਜੌਬਸ ਜਿਹੜੀਆਂ ਬਹੁਤ ਲੂਜ਼ ਹੁੰਦੀਆਂ ਰਹੀਆਂ। ਜਿਉਂ ਹੀ ਡੈਮੋਕ੍ਰੈਟਸ ਵਾਪਸ ਆਉਂਦੇ ਰਹੇ ਨੇ, ਉਹ ਜਿਹੜਾ ਟੈਕਸ ਇਨਕਰੀਜ਼ ਕਰਦੇ ਨੇ ਰਿਚ ਕਾਰਪੋਰੇਸ਼ਨਸ ਤੇ, ਮਲਟੀ ਕਾਰਪੋਰੇਸ਼ਨਸ ਤੇ। ਉਹਦਾ ਜਿਹੜਾ ਇੰਪੈਕਟ ਹੈ, ਉਹਦੇ ਨਾਲ ਜੌਬ ਵੀ ਕ੍ਰੀਏਟ ਹੁੰਦੀਆਂ। ਸਮਾਲ ਸਕੇਲ ਜਿਹੜਾ ਬਿਜ਼ਨਸ ਆ, ਉਹ ਵੀ ਜਿਹੜਾ ਬੈਟਰ ਪਰਫਾਰਮ ਕਰਦਾ, ਔਰ ਇਕੋਨਮੀ ਵੀ ਬੈਟਰ ਹੁੰਦੀ ਆ। ਉਹਦੇ ਤੇ ਇੱਕ ਪੂਰੀ ਜਿਹੜੀ ਸਟੱਡੀ ਆ, ਉਹ ਸਟੱਡੀ ਮੈਂ ਉਸ ਵੇਲੇ ਰੈਫਰੈਂਸ ਦੇ ਤੌਰ ਦੇ ਵੀ ਵਿੱਚੋਂ ਕੋਟ ਕੀਤਾ ਜਿੱਥੋਂ ਕਰਨਾ ਸੀ, ਔਰ ਉਹਦੇ ਤੋਂ ਬਾਅਦ ਦਿੱਤਾ ਵੀ। ਇਹ ਚਲੋ ਇੱਕ ਮੇਰੀ ਗੱਲ ਨਹੀਂ ਹੈ, ਇਹ ਬਹੁਤ ਸਾਰੀ ਸਟੱਡੀ ਇੱਥੇ ਪਈ ਆ, ਬਹੁਤ ਕੁਝ ਸਾਡੇ ਸਾਹਮਣੇ ਆ। ਪਰ ਸਵਾਲ ਇਹ ਆ ਵੀ ਸਰਕਾਰ ਕਿਹੜੀ ਨੇ ਇਹਦੇ ਤੋਂ ਸਿੱਖਣਾ ਤੇ ਕਿਹਨੇ ਇਹਦੇ ਤੋਂ ਨਹੀਂ ਸਿੱਖਣਾ। ਜੇਸਨ ਕੈਨੀ ਸਾਹਿਬ ਜਿਹੜੇ ਨੇ, ਉਹ ਇਹਦੇ ਤੋਂ ਵੀ ਅੱਗੇ ਜਾ ਕੇ ਜਿਹੜਾ ਉਹ ਫਲੈਟ ਟੈਕਸ ਵੱਲ ਵਧ ਰਹੇ ਨੇ, ਜਦ ਕਿ ਪਤਾ ਕਿ ਅਕਤੂਬਰ ਦੇ ਐਂਡ ਦੇ ਵਿੱਚ ਜਿਹੜਾ ਇਹ G20 ਕੰਟਰੀ ਹੈਗੇ ਨੇ, ਉਹਨਾਂ ਦੀ ਮੀਟਿੰਗ ਹੋਈ ਆ। ਇਹ ਦੁਬਾਰਾ ਮੀਟਿੰਗ ਫਿਰ ਹੋਣੀ ਉਹਨਾਂ ਦੀ ਇਸ ਮੰਥ ਦੇ ਵਿੱਚ। ਉਹ ਜਾਣੀ ਕਿ ਡਿਸੀਜਨ ਲੈ ਕੇ ਸਿੱਟੇ ਤੇ ਪਹੁੰਚ ਗਿਆ ਸੀ ਕਿ ਜਿਹੜੀਆਂ ਰਿਚ ਕਾਰਪੋਰੇਸ਼ਨਸ ਆ, ਵੀ ਜਿਹੜਾ ਉਹਨਾਂ ਦਾ ਟੈਕਸ ਨਾ ਪੇ ਕਰਨਾ, ਜਿਹੜੀਆਂ ਟੈਕਸ ਛੋਟਾਂ, ਉਹ ਖਤਰਨਾਕ ਹੱਦ ਤੱਕ ਪਹੁੰਚ ਗਈਆਂ। ਤੇ ਉਹਨਾਂ ਦਾ ਜਿਹੜਾ ਕੋਈ ਬੈਨੀਫਿਟ ਹੈ, ਉਹਨਾਂ ਦੀ ਕੋਈ ਰਿਟਰਨ ਹੈ ਜਿਹੜੀ, ਉਹਦੀ ਕੋਈ ਆਊਟਕਮ ਜਿਹੜੀ ਆ, ਉਹ ਸੁਸਾਇਟੀ 'ਚ ਦਿਸ ਨਹੀਂ ਰਹੀ। ਸਗੋਂ ਇੱਕ ਇਸ ਸਿੱਟੇ ਤੇ ਪਹੁੰਚ ਗਿਆ ਸੀ ਡਿਸੀਜਨ ਨਾਲ ਕਿ ਸਾਨੂੰ ਹੁਣ ਲੈਜਿਸਲੇਟ ਕਰਨਾ ਪਊਗਾ ਕਿ ਮਿਨੀਮਮ ਟੈਕਸ ਇਹਨਾਂ ਤੋਂ ਕਿਵੇਂ ਕਲੈਕਟ ਕਰਨਾ। ਪਰ ਜੇਸਨ ਕੈਨੀ ਸਾਹਿਬ ਪਹਿਲਾਂ ਉਹਨਾਂ ਨੂੰ ਟੈਕਸ ਛੋਟ ਦੇਣ ਤੋਂ ਬਾਅਦ $5 ਬਿਲੀਅਨ ਦੀ, ਹੁਣ ਉਹ ਜਿਹੜਾ ਫਲੈਟ ਟੈਕਸ ਦਾ ਉਹ ਦੁਬਾਰਾ ਲੈ ਕੇ ਆ ਰਹੇ ਨੇ, ਜਦ ਕਿ ਪਤਾ ਉਹਨੇ ਇੰਨੀ ਇਨਕੁਐਲਿਟੀ ਵਧਾਈ ਆ ਸਮਾਜ ਦੇ ਵਿੱਚ। ਗਰੀਬ ਨੂੰ ਹੋਰ ਗਰੀਬ ਕੀਤਾ, ਅਮੀਰ ਨੂੰ ਹੋਰ ਅਮੀਰ ਕੀਤਾ। ਜੋਬਾਂ ਜਿਹੜੀਆਂ ਉਹ ਗਰੋ ਨਹੀਂ ਹੋਈਆਂ। ਸਾਨੂੰ ਪਤਾ ਸਾਡੀ ਇਕੋਨਮੀ ਜਿਹੜੀ ਆ, ਉਹ ਇੱਕ ਕਮੋਡਿਟੀ ਦੇ ਅਜੇ ਵੀ ਬੈਠੀ ਆ, ਬਹੁਤ ਕੁਝ ਕੰਮ ਕਰਨ ਵਾਲਾ। ਮੇਰਾ ਖਿਆਲ ਉਹ ਸਿੱਖਣ ਲਈ ਤਿਆਰ ਨਹੀਂ ਹੈ। ਉਹਨਾਂ ਨੇ ਆਪਣੇ ਜਿਹੜੇ ਭਵਿੱਖ ਉਹ ਸੇਫ ਕੀਤੇ ਹੋਏ ਨੇ। ਲੋਕਾਂ ਦਾ ਜਿਹੜਾ ਭਵਿੱਖ ਹੈ, ਉਹਦੇ ਬਾਰੇ ਚਿੰਤਾ ਨਹੀਂ ਲੱਗਦੀ। ਤੁਸੀਂ ਪਹਿਲਾਂ ਵੀ ਥੋੜ੍ਹਾ ਜਿਹਾ ਹਿੰਟ ਦਿੱਤਾ ਸੀਗਾ, ਇਹ ਤੁਹਾਨੂੰ ਲੱਗਦਾ ਵੀ ਥੋੜ੍ਹਾ ਜਿਹਾ ਉਧੜਦਾ ਲੱਗਦਾ? ਦੇਖੋ ਜੀ, ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਹੜਾ ਬਿੱਲ 81 ਹੈ, ਉਹਦੇ ਤੇ ਇਹਨਾਂ ਦੇ 3 ਮੈਂਬਰਾਂ ਨੇ ਵੋਟ ਵੀ ਪਾਈ। ਉਹਨਾਂ ਦੇ ਟੋਟਲ 35 ਮੈਂਬਰਾਂ ਨੇ ਉਹਦੇ ਹੱਕ 'ਚ ਵੋਟ ਪਾਈ ਉਸ ਬਿੱਲ ਦੇ। ਤਾਂ ਇਹਨਾਂ ਦੇ 2 ਜਿਹੜੇ 62 ਦੇ ਵਿੱਚੋਂ ਇੰਡੀਪੈਂਡੈਂਟ ਚਲ ਗਏ ਨੇ, ਉਹਨਾਂ ਨੇ ਵੀ ਖਿਲਾਫ ਹੀ ਪਾਈ ਹੈ। ਤੇ 3 ਉਹਨਾਂ ਨੇ ਪਾਈ ਆ। ਤੇ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਇਹਨਾਂ ਦੇ 60 ਬਚਦੇ ਨੇ, ਉਹਦੇ 'ਚ ਸਿਰਫ 35 ਉਹਦੇ ਹੱਕ 'ਚ ਗਏ ਨੇ। ਤੇ ਲੱਗਦਾ ਇਹ ਆ ਵੀ ਰਾਜ ਸੱਤਾ ਤੇ ਇੱਕ ਵਾਰੀ ਕਬਜ਼ਾ ਕਰਨ ਲਈ ਜਿਵੇਂ ਦਾ ਟ੍ਰੈਂਡ ਹੀ ਹੈ, ਇਕੱਠੇ ਹੋ ਗਏ ਨੇ। ਪਰ ਜਿਹੜੇ ਥੱਲੇ ਇਹਨਾਂ ਦੇ ਪਬਲਿਕ ਪ੍ਰੈਸ਼ਰ ਆ, ਜਿਨ੍ਹਾਂ ਦੇ ਲੋਕਲ ਇਸ਼ੂ ਆ, ਉਹਨਾਂ ਤੇ ਇੱਕ ਇਹਨਾਂ ਦੀ ਜਿਹੜੀ ਠੋਸ ਪਹੁੰਚ ਨਹੀਂ ਹੈ, ਜਿਹੜੀ ਕਲੈਕਟਿਵ ਪਹੁੰਚ ਹੁੰਦੀ ਹੈ। ਤੇ ਕਿੰਨਾ ਚਿਰ ਇਕੱਠੇ ਰਹਿ ਸਕਣਗੇ ਇਸ ਤਰ੍ਹਾਂ, ਇਹ ਡੈਫੀਨੇਟਲੀ ਇਹ ਕੁਐਸਚਨ ਹੈ। ਤੇ ਇਹ ਲੱਗਦਾ ਵੀ ਜੂ ਕਾਫੀ ਹਿਲਦਾ ਲੱਗ ਰਿਹਾ ਇਸ ਵੇਲੇ। ਬਾਕੀ ਆਉਣ ਵਾਲਾ ਸਮਾਂ ਦੱਸੂਗਾ। ਅੱਛਾ, ਉਹ ਜਿਹੜਾ ਬਿੱਲ 81 ਸੀਗਾ, ਜਿਹਦੇ 'ਚ ਇਹਨਾਂ ਨੇ ਇਲੈਕਸ਼ਨ ਵਾਲਾ ਅਮੈਂਡਮੈਂਟਸ ਲਿਆਂਦੀਆਂ ਹੈਗੀਆਂ, ਉਹਦੇ ਬਾਰੇ ਵੀ ਥੋੜ੍ਹਾ ਦੱਸੋ ਵੀ ਉਹ ਅਸਲ 'ਚ ਕਰਨਾ ਕੀ ਚਾਹੁੰਦੇ ਆ ਜੀ? ਦੇਖੋ ਜੀ, ਜਿਸ ਜਿਹੜੀਆਂ ਗੱਲਾਂ ਨੂੰ ਲੈ ਕੇ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਸੀ ਇਹਨਾਂ ਦੀ, ਤੁਹਾਡਾ ਮਤਲਬ ਪ੍ਰੀਮੀਅਰ ਸਾਹਿਬ ਦੀ ਲੀਡਰਸ਼ਿਪ ਦੀ ਜੀ, ਤੇ ਉਹਨਾਂ ਦੇ ਜਿਹੜੇ ਕੁਝ ਕਾਕਸ ਮੈਂਬਰ ਵੀ ਨੇ। ਇੱਕ ਤਾਂ ਬਹੁਤ ਮਾੜੀ ਗੱਲ ਹੈ ਕਿ ਉਹ ਕਾਕਸ ਮੈਂਬਰ ਜਿਹੜੇ ਆਪ ਅੰਡਰ ਉਹਨਾਂ ਟਰਮਸ ਜਾਂ ਉਹਨਾਂ ਇਸ਼ੂਆਂ ਦੇ ਉੱਤੇ ਜਾਂ ਉਸ ਵਾਇਓਲੇਸ਼ਨ ਦੇ ਉੱਤੇ ਉਹ ਇਨਵੈਸਟੀਗੇਸ਼ਨ ਸੀ, ਉਹਨਾਂ ਨੇ ਇਸ ਜਿਹੜਾ ਪ੍ਰੋਸੈਸ ਆ ਉਹਦੀ ਡਿਬੇਟ 'ਚ ਵੀ ਹਿੱਸਾ ਲਿਆ, ਉਹਦੀ ਵੋਟਿੰਗ 'ਚ ਵੀ ਹਿੱਸਾ ਲਿਆ। ਉਹ ਬਹੁਤ ਮਾੜਾ ਪੱਖ ਹੈ। ਕੌਨਫਲਿਕਟ ਆਫ ਇੰਟਰਸਟ ਹੈ, ਸਿੱਧਾ ਕੌਨਫਲਿਕਟ ਆਫ ਇੰਟਰਸਟ ਬਣਦਾ ਉਹ। ਤੇ ਹਾਲਾਤ ਬਹੁਤ ਮਾੜੇ ਨੇ। ਮੇਰਾ ਮਤਲਬ ਇਹ ਆ ਕਿ ਉਹਨਾਂ ਨੂੰ ਸਿਰਫ ਆਪਣੀ ਚਿੰਤਾ ਹੈ
ਤੇ ਹੁਣ ਜਿਹੜੀ ਅੰਦਰੋਂ ਉਹਨਾਂ ਦੀ ਆਵਾਜ਼ ਉੱਠ ਰਹੀ ਆ, ਇੱਕ ਤਾਂ ਸਵਾਲ ਇਹ ਆ ਵੀ ਉਹ ਆਪਣੀ ਲੜਾਈ ਜਿਹੜੀ ਅੰਦਰਲੀ ਸਰਕਾਰ ਦੇ ਕੰਮਾਂ ਨੂੰ ਸਿਰਫ ਉਹਨੂੰ ਵਰਤ ਰਹੇ ਨੇ ਕਿ ਸਾਡੀ ਪਾਰਟੀ ਦੀ ਜਿਹੜੀ ਅੰਦਰਲੀ ਲੜਾਈ ਆ ਉਹਦੇ ਵਿੱਚੋਂ ਜਿੱਤ ਕੇ ਕਿਵੇਂ ਬਾਹਰ ਨਿਕਲਣਾ, ਔਰ ਅਲਬਰਟਾ ਦੇ ਲੋਕਾਂ ਦਾ ਕੀ ਬਣਨਾ, ਇੱਥੇ ਦੀ ਇਕਨੋਮੀ ਦਾ ਕੀ ਬਣਨਾ, ਹਜੇ ਤੱਕ ਉਹਨਾਂ ਦੇ ਸਾਹਮਣੇ ਕੋਈ ਪਲਾਨ ਨਹੀਂ। ਵੈਲਿਡ ਇਵਨ ਇਹੀ ਸੀ, ਅੱਧੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਉਹ ਲੀਗਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ, ਔਰ ਐਡੀ ਦੂਰ ਤੱਕ ਵੱਧ ਗਏ ਨੇ ਉਹ, ਹਾਲਾਂਕਿ ਉਹਨਾਂ ਨੂੰ ਬੈਕਫੁੱਟ ਤੇ ਬਹੁਤ ਜਾਣਾ ਪਿਆ ਕਿਉਂਕਿ ਆਪੋਜੀਸ਼ਨ ਨੇ ਬਹੁਤ ਜ਼ਿਆਦਾ ਲੜਾਈ ਦਿੱਤੀ ਤੇ ਨਾਲ ਦੀ ਨਾਲ ਜਿਹੜੇ ਪਬਲਿਕ ਪ੍ਰੈਸ਼ਰ ਵੀ ਸੀ, ਜਿਹੜੇ ਇੱਥੇ ਦੇ ਇੰਟੈਲੈਕਚੁਅਲ ਸਨ, ਉਹ ਮੈਂ ਕਹਿੰਦਾ ਅਕ੍ਰੋਸ ਦ ਲਾਈਨ, ਉਹ ਚਾਹੇ ਅਲਬਰਟਾ ਦੀਆਂ ਯੂਨੀਵਰਸਿਟੀਆਂ 'ਚ ਕੰਮ ਕਰਦੇ ਪ੍ਰੋਫੈਸਰ ਸੀਗੇ ਜਾਂ ਇਕੋਨੋਮਿਸਟ ਸੀ ਜਾਂ ਦੂਸਰੇ ਲੋਕ ਸੀ, ਜਾਂ ਭਾਵੇਂ ਉਹ ਕੈਨੇਡਾ ਦੀਆਂ ਦੂਸਰੀਆਂ ਉਹਨਾਂ ਨੇ ਲਗਾਤਾਰ ਉਹਦਾ ਵਿਰੋਧ ਕੀਤਾ ਤੇ ਬਹੁਤ ਮੱਦਾਂ ਦੇ ਉੱਤੇ ਉਹਨਾਂ ਨੂੰ ਵਾਪਸ ਵੀ ਉਹਦੇ ਤੋਂ ਆਉਣਾ ਪਿਆ। ਉਹਦੇ ਬਾਵਜੂਦ ਵੀ ਉਹ ਇੱਦਾਂ ਦੇ ਮੁੱਦੇ ਲੈ ਆਏ ਕਿ ਘਰ ਬੈਠਾ ਹੀ ਬੰਦਾ ਜਿਹੜਾ ਜਿਹਨੂੰ ਮਰਜ਼ੀ ਮੈਂਬਰ ਬਣਾ ਸਕਦਾ ਬਿਨਾਂ ਕਿਸੇ ਦੇ ਕੰਸੈਂਟ ਤੋਂ, ਔਰ $4000 ਦੀ ਪ੍ਰੋਵੀਜ਼ਨ ਵੀ ਲੈ ਆਏ ਵੀ ਨੋਮੀਨੇਸ਼ਨ ਵੇਲੇ ਜਿਹੜਾ ਬੰਦਾ ਵਾਧੂ ਫੰਡ ਲੈ ਸਕਦਾ, ਔਰ ਨੋਮੀਨੇਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਵੀ ਲਾਇਆ ਕਿ ਹੁਣ ਖਰਚੇ ਜਿਹੜੇ ਆ ਉਹ ਵੱਧ ਕੀਤੇ ਜਾ ਸਕਦੇ ਨੇ। ਡੈਮੋਕ੍ਰੈਟਿਕ ਪ੍ਰੋਸੈਸ ਲਈ ਇਹ ਬਹੁਤ ਜਿਹੜਾ ਆਉਣ ਵਾਲੇ ਸਮੇਂ 'ਚ ਖਤਰੇ ਵਾਲੀ ਘੰਟੀ ਹੈ। ਇਹ ਤੁਸੀਂ ਥੋੜਾ ਜਿਹਾ ਹਿੰਟ ਦਿੱਤਾ ਹੈ, ਇਹ ਮਤਲਬ ਉਹ ਜਿਹੜੀਆਂ ਲਿਮਿਟਸ ਲਾਈਆਂ ਸੀਗੀਆਂ ਐਨਡੀਪੀ ਗਵਰਨਮੈਂਟ ਨੇ ਭਈ ਇੰਨਾ ਸੀਮਤ ਖਰਚਾ ਹੀ ਲੋਕ ਕਰ ਸਕਣਗੇ ਆਪਣੀ ਨੋਮੀਨੇਸ਼ਨ ਦੇ ਵਿੱਚ ਤੇ ਇੰਨਾ ਖਰਚਾ ਕਰ ਸਕਣਗੇ ਇਲੈਕਸ਼ਨ 'ਚ, ਇਹ ਉਸ ਚੀਜ਼ ਨੂੰ ਇੱਕ ਕਿਸਮ ਦਾ ਬਾਈਪਾਸ ਕਰਨ ਲਈ ਇਹ ਜਿਹੜੀ ਚੀਜ਼ ਲਿਆਂਦੀ ਗਈ ਜੀ। ਬਿਲਕੁਲ ਜੀ, ਪੈਸੇ ਦੇ ਰੋਲ ਨੂੰ ਵਧਾ ਕੇ, ਪੈਸੇ ਦੇ ਰੋਲ ਨਾਲ ਕੀ ਹੋਇਆ, ਅਸੀਂ 40 ਸਾਲ ਦੇਖਿਆ ਹੀ ਇੱਥੇ ਕਿ ਇਹ ਸ਼ਾਇਦ $16,000 ਪਰ ਪਰਸਨ ਐਨੂਅਲ ਜਿਹੜੀ ਉਹ ਕੰਟਰੀਬਿਊਸ਼ਨ ਲਿਮਿਟ ਹੈ ਸੀ, ਉਹਨੂੰ ਘਟਾ ਕੇ ਇੱਕ ਤਾਂ ਐਨਡੀਪੀ ਨੇ 4000 ਤੇ ਲਿਆਂਦਾ ਸੀ, ਦੂਸਰਾ ਐਨਡੀਪੀ ਨੇ ਜਿਹੜੀ ਯੂਨੀਅਨ ਦੀ ਕੰਟਰੀਬਿਊਸ਼ਨ ਉਹ ਬੰਦ ਕਰ ਦਿੱਤੀ ਤੇ ਨਾਲ ਹੀ ਜਿਹੜੇ ਕਾਰਪੋਰੇਟ ਜਿਹੜੀ ਡੋਨੇਸ਼ਨ ਸੀ ਉਹ ਬੰਦ ਕਰ ਦਿੱਤੀ। ਇਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੇ ਪੋਲੀਟੀਸ਼ੀਅਨ ਸਨ, ਇੱਕ ਜਿਹੜਾ ਉਹਨਾਂ ਨੇ ਇਲੈਕਸ਼ਨ ਦੀ ਜਿਹੜੀ ਤੁਹਾਡੀ ਸਪੈਂਡਿੰਗ ਸੀ ਉੱਤੇ 50,000 ਦਾ ਕੈਪ ਲਾਤਾ ਤੇ ਉਹਦੇ ਨਾਲ ਕੀ ਸੀ, ਇੱਕ ਤਾਂ ਪੈਸਾ ਜਿਹੜਾ ਵੱਡਾ ਪੈਸਾ ਸੀ ਉਹ ਬਾਹਰ ਗਿਆ ਤੇ ਜਿਹੜੇ ਪੋਲੀਟੀਸ਼ੀਅਨ ਸੀ ਉਹਨਾਂ ਨੂੰ ਵਾਰ-ਵਾਰ ਲੋਕਾਂ ਕੋਲ ਜਾਣਾ ਪੈਂਦਾ ਸੀ, ਲੋਕਾਂ ਕੋਲ ਜਾਂਦੇ ਨੇ ਤਾਂ ਅਕਾਊਂਟੇਬਿਲਿਟੀ ਬਣਦੀ ਹੈ ਜੀ, ਨਹੀਂ ਤਾਂ ਕੀ ਹੁੰਦਾ ਸੀ, ਦੋ ਬੰਦਿਆਂ ਕੋਲੋਂ ਪੈਸੇ ਲੈ ਕੇ ਉਹ ਜਿਹੜੇ ਪੋਲੀਟੀਸ਼ੀਅਨ ਸੀ ਉਹ ਸਿਆਸਤ ਦੇ ਵਿੱਚ ਉੱਥੇ ਘੁੰਮੀ ਜਾਂਦੇ ਸੀ ਤੇ ਉਹਦੀਆਂ ਕੰਪਨੀਆਂ ਦੇ ਲੌਬੀਇਸਟ ਸੀਗੇ ਉਹੀ ਜਾ ਕੇ ਹਰ ਇੱਕ ਕਮੇਟੀ ਦੇ ਵਿੱਚ ਬੈਠੇ ਸੀ, ਐਡਵੋਕੇਸੀ 'ਚ ਵੀ ਉਹ ਬੈਠੇ ਸੀ, ਡਿਸੀਜਨ ਮੇਕਿੰਗ 'ਚ ਵੀ ਉਹ ਬੈਠੇ ਸੀ ਤੇ ਸਾਰਾ ਕੁਝ ਉਹ ਚਲਾ ਰਹੇ ਸੀ ਤੇ ਵਾਪਸ ਉਧਰ ਨੂੰ ਲਿਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਉਧਰ ਨੂੰ ਵਧੇ ਨੇ, ਆਪਣੀ ਮੈਜੋਰਟੀ ਜਿਹੜੀ ਹਾਊਸ ਦੀ ਯੂਜ਼ ਕਰ ਰਹੇ ਨੇ। ਪਰ ਇੱਦਾਂ ਪਬਲਿਕ 'ਚ ਅਵੇਅਰਨੈਸ ਆਈ ਹੈ, ਜਿੱਥੇ ਜਿੱਥੇ ਵੀ ਪਬਲਿਕ ਪ੍ਰੈਸ਼ਰ ਵੱਧਦਾ ਉੱਥੇ ਥੋੜੀ ਬ੍ਰੇਕ ਲੱਗਦੀ ਆ, ਪਰ ਬਹੁਤਾ ਕੰਮ ਜਿਹੜਾ ਉਹ ਇਹ ਆ ਬਦਲ ਲਿਆ ਕਿ ਇਹਨਾਂ ਨੂੰ ਹੋ ਸਕਦਾ। ਉਹ ਜਿਹੜੀ ਆਮ ਗੱਲ ਕਹਿੰਦੇ ਹੁੰਦੇ ਆ ਵੀ ਡੈਮੋਕ੍ਰੇਸੀ ਆਫ ਦਾ ਪੀਪਲ, ਬਾਈ ਦਾ ਪੀਪਲ, ਫॉर ਦਾ ਪੀਪਲ, ਉਹਨੂੰ ਬਦਲ ਕੇ ਪੀਪਲ ਨੂੰ ਬਦਲ ਕੇ ਮੇਰੇ ਖਿਆਲ ਮਨੀ ਕਰ ਦਿੱਤਾ ਜਾਵੇ ਤਾਂ ਫਿਰ ਠੀਕ ਹੈ ਜੀ, ਕਿਉਂਕਿ ਮਨੀ ਲਈ ਖੇਲਾਂ ਖੇਲੀਆਂ ਜਾ ਰਹੀਆਂ ਸਾਰੀਆਂ। ਹਾਂ, ਬਹੁਤ ਕੁਛ ਜੀ ਤੁਸੀਂ ਕਹਿੰਦੇ ਹੋ ਵੀ ਭਾਸ਼ਣ ਤਾਂ ਇਦਾਂ ਦੇ ਆ, ਮੈਂ ਕੁਛ ਮੇਰੇ ਆਪਣੇ ਮੋਸ਼ਨ ਸੀ, ਇੱਕ ਮੇਰਾ ਆਪਣਾ ਰੈਜ਼ੋਲੂਸ਼ਨ ਸੀ ਪੇਸ਼ ਕੀਤਾ, ਉਹਦੇ ਤੇ ਕੈਨੀ ਸਾਹਿਬ ਦੋ ਵਾਰੀ ਇਦਾਂ ਹੋਇਆ ਕਿ ਆਪ ਖੜੇ ਹੋ ਗਏ, ਉਹ ਰੇਸਿਜ਼ਮ ਦੇ ਉੱਪਰ ਸੀ। ਫਿਰ ਭਾਸ਼ਣ ਤਾਂ ਇੰਨਾ ਸੋਹਣਾ ਕੀਤਾ ਜਾਂਦਾ, ਜਿਹੜੀ ਤੁਸੀਂ ਹੁਣ ਯੂਜ਼ ਕੀਤੀ ਸੀ ਉਹ ਟਰਮ ਜੀ, ਵੀ ਉਹ ਤੁਸੀਂ ਇੱਦਾਂ ਦੇ ਸਕਾਲਰ, ਇੱਦਾਂ ਦੇ ਜਿਹੜੇ ਐਕਟਿਵਿਸਟ ਹੈਗੇ ਨੇ, ਉਹਨਾਂ ਦੀਆਂ ਕੋਟਸ ਜਿਹੜੇ ਉਹ ਭਾਸ਼ਣ ਦੇ ਵਿੱਚ ਬੋਲੋ, ਪਰ ਪ੍ਰੈਕਟਿਸ ਦੇ ਵਿੱਚ ਆ ਕੇ ਤੁਸੀਂ ਉਹ ਹਰ ਇੱਕ ਕੰਮ ਜਿਹੜਾ ਉਹ ਸਟਾਲ ਕਰ ਦਿਓ, ਜਿਹੜਾ ਰੇਸਿਜ਼ਮ ਨੂੰ ਰੋਕਣ ਵਾਲਾ, ਜਿਹੜਾ ਉਧਰ ਨੂੰ ਵਧਣ ਵਾਲਾ। ਤੇ ਮੈਂ ਚਲੋ ਆਫ ਦਾ ਟੌਪਿਕ ਥੋੜਾ ਜਾ ਕੇ ਗੱਲ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਚੈਨਲ ਦੇ ਜ਼ਰੀਏ ਕਿ ਮੈਂ ਆਪੋਜੀਸ਼ਨ ਦਾ ਮਲਟੀਕਲਚਰਲਿਜ਼ਮ ਦਾ ਕ੍ਰਿਟਿਕ ਹਾਂ ਤੇ 2019 ਤੋਂ 20 ਤੱਕ ਦਾ ਜਿਹੜਾ ਐਕਸਪੀਰੀਅੰਸ ਹੋਇਆ, ਜਿਹੜੀ ਐਨਡੀਪੀ ਨੇ ਐਂਟੀ ਰੇਸਿਜ਼ਮ ਐਡਵਾਈਜ਼ਰੀ ਕਾਉਂਸਲ ਬਿਲਡ ਕੀਤੀ ਸੀ, ਜਦੋਂ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ, ਉਹਦੇ ਤੋਂ ਬਾਅਦ ਅਸੀਂ 2020 'ਚ ਆਪੋਜੀਸ਼ਨ ਵੱਲੋਂ ਅਸੀਂ ਲੋਕਾਂ 'ਚ ਗਏ, ਅਸੀਂ ਫਿਰ ਪੂਰੇ 10 ਮਹੀਨੇ ਪਬਲਿਕ ਕੰਸਲਟੇਸ਼ਨ ਕੀਤੀ ਸੀ ਰੇਸਿਜ਼ਮ ਦੇ ਉੱਤੇ ਤੇ ਮਲਟੀਕਲਚਰਲ ਪਾਲਿਸੀ ਜਿਹੜੀ ਆ ਉਹਦਾ ਡਰਾਫਟ ਜਿਹੜਾ ਉਹ ਬਿਲਡ ਕਰਨ ਦੇ ਲਈ। ਉਸੇ ਦੌਰਾਨ ਸੈਂਕੜੇ ਜਿਹੜੇ ਐਕਸਪਰਟਸ ਸੀ, ਜਿਹੜੇ ਡਾਕਟਰ ਸੀ ਤੇ ਪ੍ਰੋਫੈਸਰ ਸੀ ਤੇ ਨਾਲ ਜਿਹੜੇ ਆਰਗੇਨਾਈਜੇਸ਼ਨਾਂ ਦੇ ਲੀਡਰ ਸੀ ਤੇ ਜਿਹੜੇ ਸਾਡੇ ਕਮਿਊਨਿਟੀ ਮੈਂਬਰ ਨੇ, ਅਲਬਰਟਨਸ ਨੇ, ਉਹਨਾਂ ਦੀ ਕੰਸਲਟੇਸ਼ਨ ਤੋਂ ਬਾਅਦ ਅਸੀਂ ਇੱਕ ਬਹੁਤ ਹੀ ਵੱਡਾ ਡਰਾਫਟ ਤਿਆਰ ਕੀਤਾ, ਜਿਹੜਾ ਇੱਥੇ ਦੀ ਮਲਟੀਕਲਚਰਲ ਪਾਲਿਸੀ ਹੋਊਗਾ ਅਲਬਰਟਾ ਦੀ, ਜਿਹੜੀ ਕਿ ਇੱਥੇ ਐਗਜ਼ਿਸਟ ਨਹੀਂ ਕਰਦੀ ਪਹਿਲਾਂ। ਉਹ ਅਸੀਂ ਆਪਣੀ ਵੈਬਸਾਈਟ ਹੈ albertasfuture.ca, ਉਹਦੇ ਉੱਤੇ ਉਹ
ਰਿਲੀਜ਼ ਕੀਤਾ ਤੇ ਨਾਲ ਦੀ ਨਾਲ ਅਸੀਂ ਮੀਡੀਆ ਦੇ ਵਿੱਚ ਵੀ ਉਹਨੂੰ ਪਿਛਲੀ 17 ਤਰੀਕ ਨੂੰ ਮੈਂ ਤੇ ਰੇਚਲ ਨੇ ਰਿਲੀਜ਼ ਕੀਤਾ। ਤੇ ਤੁਹਾਡੇ ਮੈਂ ਇਸ ਚੈਨਲ ਦੇ ਜ਼ਰੀਏ ਇਹ ਜ਼ਰੂਰ ਕਹੂੰਗਾ ਕਿ ਇਹ ਅਸੀਂ ਬਹੁਤ ਹੀ ਜਾਣੀ ਕਿ ਮਿਹਨਤ ਦੇ ਨਾਲ ਬਹੁਤ ਸਾਰੇ ਐਕਸਪਰਟ, ਸੈਂਕੜੇ ਐਕਸਪਰਟ ਇਹਦੇ 'ਚ ਸ਼ਾਮਲ ਸੀਗੇ, ਉਹ ਤਿਆਰ ਕੀਤਾ। ਤੁਸੀਂ ਉਹਦੇ ਤੇ ਜਾਓ, ਤੁਸੀਂ ਉਹਨੂੰ ਪੜ੍ਹੋ, ਉਹ ਹਜੇ ਡਰਾਫਟ ਹੈ ਤੇ ਤੁਸੀਂ ਉਹਦੇ ਤੇ ਆਪਣੀ ਫੀਡਬੈਕ ਜ਼ਰੂਰ ਦਿਓ। ਤੇ ਇਹ ਰੇਸਿਜ਼ਮ ਨੂੰ ਕੰਬੈਟ ਕਰਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕਰੂਗਾ। ਲੰਬੇ ਸਮੇਂ ਦੇ ਵਿੱਚ ਜਿਹੜੀ ਮਲਟੀਕਲਚਰਲ ਪਾਲਿਸੀ ਆ ਉਹ ਇੱਥੇ ਦੀਆਂ ਨੇ ਘੱਟ ਗਿਣਤੀਆਂ, ਉਹਨਾਂ ਨੂੰ ਇਸ ਸਮਾਜ ਦੇ ਵਿੱਚ ਬਰਾਬਰ ਦੀ ਥਾਂ ਕਿਵੇਂ ਮਿਲਣੀ ਆ, ਉਹਦੇ ਲਈ ਜਿਹੜੀ ਉਹਦੀ ਅਪਰੋਚ ਉਹਨੂੰ ਵੀ ਡਾਇਰੈਕਸ਼ਨ ਦਿੰਦਾ। ਠੀਕ। ਇੱਕ ਜਸਵੀਰ ਜੀ ਥੋੜ੍ਹੇ ਦਿਨ ਹੋਏ ਆ, ਉਹ NDP ਦਾ ਇੱਕ MLA ਆ, ਕੀ ਨਾ ਉਹਦਾ, ਟੋਮਸ ਡੈਂਗ, ਹਾਂਜੀ, ਉਹਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ। ਕੀ ਕਾਰਨ ਬਣਿਆ ਜੀ ਉਹ ਐਡੀ ਛੇਤੀ? ਮਤਲਬ ਥੋੜ੍ਹੀ ਜਿਹੀ ਗੱਲ ਪਤਾ ਲੱਗੀ ਤੇ ਉਹ ਕਹਿੰਦੇ ਜੀ ਉਹਨਾਂ ਨੂੰ ਕਾਕਸ 'ਚੋਂ ਬਾਹਰ ਕੀਤਾ ਗਿਆ। ਕੀ ਕਾਰਨ ਹੋਇਆ ਉਹ? ਮੈਂ ਚਲੋ ਜੀ ਦੋ ਗੱਲਾਂ, ਮੈਨੂੰ ਦੁੱਖ ਵੀ ਇਸ ਗੱਲ ਦਾ ਬਹੁਤ ਹੋਇਆ ਜਿਹੜੀ ਗੱਲ ਹੋਈ ਆ, ਔਰ ਖੁਸ਼ੀ ਵੀ ਮੈਂ ਨਾਲ ਹੀ ਦੱਸ ਰਿਹਾ ਵੀ ਅਸੀਂ UCP ਨੂੰ ਬਹੁਤ ਡਿਸਕਸ ਕਰ ਲਿਆ, ਭੰਡ ਵੀ ਲਿਆ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਇਹ ਹੋਈ ਕਿ ਉਹ ਸਾਡਾ ਸਭ ਤੋਂ ਯੰਗੈਸਟ ਮੈਂਬਰ ਆ, ਉਹ ਯੰਗੈਸਟ MLA ਵੀ ਸੀ ਅਲਬਰਟਾ ਦਾ ਉਹ। ਅੱਛਾ ਜੀ। ਤੇ ਨੌਜਵਾਨ ਮੁੰਡਾ ਹਜੇ ਉਹ 25-26 ਸਾਲ ਦਾ ਹੋਇਆ ਤੇ ਦੂਸਰੀ ਵਾਰ MLA ਬਣਿਆ ਤੇ ਉਹ ਟੈਕੀ ਪਰਸਨ ਆ। ਤੇ ਹੋਇਆ ਕੀ ਕਿ ਉਹਨੂੰ ਉਹਦੇ ਕੰਸਟੀਚੁਐਂਟਸ ਵੱਲੋਂ ਜਦੋਂ ਵੈਕਸੀਨੇਸ਼ਨ ਪਾਸਪੋਰਟ ਰਿਲੀਜ਼ ਕੀਤੇ ਗਏ ਆਪਣੀ ਇੰਡੀਵਿਜੂਅਲ ਨੂੰ, ਜਦੋਂ ਉਹ ਆਪਣੇ ਇੰਟਰਨੈਟ ਦੇ ਉੱਤੇ ਡਾਊਨਲੋਡ ਕਰਨੇ ਉਹ ਜਿਹੜੀ ਇਨਫੋਰਮੇਸ਼ਨ ਰਿਲੀਜ਼ ਕੀਤੀ ਗਈ ਉਹਦੇ ਤੇ, ਕਿਉਂਕਿ ਉਹ ਨੌਜਵਾਨ ਨੇ, ਉਹਨਾਂ ਦਾ ਸਰਕਲ ਵੀ ਹੋ ਜਾਏ, ਉਹਨਾਂ ਦੇ ਦੋਸਤ ਵੀ ਹੋ ਜਾਏ ਨੇ, ਔਰ ਕੰਸਟੀਚੁਐਂਟਸ ਵੀ ਜਿਹੜੇ ਉਹ ਉਸ ਤਰ੍ਹਾਂ ਇੰਟਰੈਕਟ ਕਰਦੇ ਨੇ, ਉਹਨੂੰ ਇੱਕਦਮ ਫੀਡਬੈਕ ਆਈ ਵੀ ਇਹਦੇ ਵਿੱਚ ਫਲਾਅ ਹੈਗੇ ਨੇ, ਇਹਦੇ ਤੇ ਇਨਫੋਰਮੇਸ਼ਨ ਕੰਪਰੋਮਾਈਜ਼ ਹੋ ਰਹੀ ਹੈ। ਅੱਛਾ। ਉਹਨੇ ਕੀ ਕੀਤਾ, ਉਹ ਯੰਗ ਮੈਨ ਸੀ, ਤੇਜ਼ੀ ਦੇ ਨਾਲ ਉਹਦੀ ਵੈਰੀਫਿਕੇਸ਼ਨ ਲਈ ਉਹ ਦਵਾ ਸੱਟ ਕੰਪਿਊਟਰ ਤੇ ਹੱਥ ਮਾਰਿਆ ਤੇ ਉਹਨੇ ਦੇਖਿਆ ਵੀ ਉਹ ਸੱਚਮੁੱਚ ਕੰਪਰੋਮਾਈਜ਼ ਹੋ ਰਹੀ ਹੈ ਤੇ ਦੂਸਰੇ ਲੋਕਾਂ ਦੀ ਪ੍ਰਾਈਵੇਸੀ ਜਿਹੜੀ ਆ ਬ੍ਰੀਚ ਹੋ ਰਹੀ ਆ। ਤੇ ਉਹਦੇ ਤੋਂ ਬਾਅਦ ਉਹਨੇ ਇੱਕਦਮ ਜਿਹੜਾ ਆ ਉਹ ਅਲਬਰਟਾ ਹੈਲਥ ਜਿਹੜਾ ਉਹਨਾਂ ਨੂੰ ਕੰਟੈਕਟ ਕੀਤਾ ਵੀ ਇਹ ਪ੍ਰੋਬਲਮ ਹੈ, ਉਹਨਾਂ ਨੇ ਨੋਟ ਵੀ ਕੀਤਾ ਉਹ ਰੈਕਟ ਦੇ ਉੱਤੇ ਆ। ਅੱਛਾ। ਤੇ ਉਹਦੇ ਤੋਂ ਬਾਅਦ ਉਹ ਅਗਲੇ ਦਿਨ ਜਾਂ ਦੂਸਰੇ ਦਿਨ ਉਹ ਪ੍ਰੋਗਰਾਮ, ਉਹ ਜਿਹੜੀ ਪ੍ਰੋਬਲਮ ਹੈ ਉਹ ਫਿਕਸ ਵੀ ਹੋ ਗਈ। ਪਰ ਉਹ ਕਿਸ ਤਰ੍ਹਾਂ ਵੀ ਅਲਬਰਟਾ ਹੈਲਥ ਵੱਲੋਂ ਜਾਂ ਕਿੱਥੋਂ ਗੱਲ ਆਈ ਹੈ, ਉਹ ਇਸ ਗੱਲ ਨਾਲ ਇੰਟਰਪ੍ਰੇਟ ਹੋ ਗਈ ਕਿ MLA ਨੇ ਜਿਹੜੀ ਆ ਉਹ ਪ੍ਰਾਈਵੇਸੀ ਬਰੀਚ ਕੀਤੀ ਲੋਕਾਂ ਦੀ ਜਿਹੜੀ ਆ ਜਿਹੜੀ ਆ। ਪਰ ਮੈਂ ਸਮਝਦਾ ਕਿ ਜਦੋਂ RCMP ਨੇ ਉਹਦੇ ਘਰ ਤੇ ਰੇਡ ਕੀਤਾ, ਉਹਨੇ ਫੀਲ ਕੀਤਾ ਉਹ ਘਰ ਵੀ ਹੈ ਨਹੀਂ ਸੀ, ਉਹਨੇ ਇਨਫੋਰਮ ਵੀ ਕੀਤਾ ਵੀ ਮੈਂ ਬਾਹਰ ਗਿਆ ਹੋਇਆ, ਇਹ ਮੈਨੂੰ ਘਰੋਂ ਫੋਨ ਆਇਆ, ਔਰ ਨਾਲ ਦੀ ਨਾਲ ਉਸ ਜੰਗ ਬੰਦੇ ਨੇ ਉਹਦੇ ਐਥਿਕਸ ਤੇ ਉਹਦੇ ਪ੍ਰਿੰਸੀਪਲ ਦੀ ਮੈਂ ਦਾਤ ਦਿੰਦਾ, ਉਹਨੇ ਉਸ ਵੇਲੇ ਆਫਰ ਕੀਤਾ ਵੀ ਮੈਂ ਪਾਰਟੀ ਨੂੰ ਟਰਬਲ 'ਚ ਨਹੀਂ ਪਾਉਣਾ ਚਾਹੁੰਦਾ, ਜਦੋਂ ਤੱਕ ਇਨਵੈਸਟੀਗੇਸ਼ਨ ਚੱਲਦੀ ਹੈ ਮੈਂ ਲਾਂਭੇ ਹੋ ਜਾਂਦਾ ਜਦੋਂ ਤੱਕ। ਤੇ ਮੈਂ ਆਪ ਵੀ ਉਹਨੇ ਅਪੀਲ ਕੀਤੀ ਆ ਵੀ ਐਕਟਿਵ ਇਨਵੈਸਟੀਗੇਸ਼ਨ ਹੋਵੇ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ, ਤਾਂ ਕਿ ਐਕਟਿਵ ਦਾ ਮਤਲਬ ਹੈ ਕਿ ਇਹਨੂੰ ਠੰਡੇ ਵਾਸਤੇ 'ਚ ਨਾ ਪਾਤਾ ਜਾਵੇ ਕਿ ਇਹ ਲਟਕਦੀ ਰਹੇ ਮੁੜ ਕੇ। ਮੈਂ ਚਾਹੁੰਦਾ ਮੈਨੂੰ ਤੋਂ ਕਿੱਦਾਂ ਦਾ ਸਹਿਯੋਗ ਚਾਹੀਦਾ ਤੁਸੀਂ ਮੰਗੋ, ਪਰ ਇਹਦੀ ਐਕਟਿਵ ਇਨਵੈਸਟੀਗੇਸ਼ਨ ਕਰੋ। ਤੇ ਬਹੁਤ ਇਹਦੇ ਤੇ ਅਸੀਂ ਵੀ ਨਹੀਂ ਚਾਹੁੰਦੇ ਕਿ ਕਮੈਂਟ ਕਰੀਏ ਜਦੋਂ ਕਿ ਉਹ ਇਨਵੈਸਟੀਗੇਸ਼ਨ ਦੇ ਅੰਡਰ ਹੈ, ਪਰ ਇਹ ਉਹਨੂੰ ਆਫਰ ਕੀਤੀ ਹੈ, ਉਹ ਕੇਸ ਦੀ ਬੈਕਗਰਾਉਂਡ ਸੀ। ਠੀਕ ਹੈ। ਨਹੀਂ, ਉਹ ਇੱਦਾਂ ਨਹੀਂ, ਜਦੋਂ ਬੰਦਾ ਕੋਈ ਖਬਰ ਪੜ੍ਹਦਾ ਤਾਂ ਉਹ ਕੁਛ ਹਿੱਸਿਆਂ ਵੱਲੋਂ ਇਸ ਤਰ੍ਹਾਂ ਦੀ ਗੱਲ ਆ ਰਹੀ ਸੀਗੀ ਵੀ ਲਓ ਜੀ ਦੇਖੋ NDP ਦਾ MLA ਜਿਹੜਾ ਉਹਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਆ। ਉਹ ਹੁਣ ਗੱਲ ਇਹ ਆ ਵੀ ਉੱਧਰੋਂ ਮਤਲਬ ਪ੍ਰੀਮੀਅਰ ਸਾਹਿਬ ਦੀ ਗੱਲ ਇਹ ਕਹੀ ਜਾ ਰਹੀ ਵੀ ਪ੍ਰੀਮੀਅਰ ਸਾਹਿਬ ਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ, ਪਰ ਉਹਨਾਂ ਨੇ ਪਾਸੇ ਨਹੀਂ ਹਟੇ, ਉਹ ਆਪਣਾ ਕੰਮ ਕਰਦੇ ਰਹੇ। ਨਹੀਂ, ਉਹਨਾਂ ਦੇ ਤੇ ਜੇ ਇੱਕ ਦੀ ਗੱਲ ਹੋਵੇ ਤਾਂ ਫੇਰ ਆ ਪਤਾ ਨਹੀਂ ਲਾਈਨਾਂ ਨੰਬਰ ਕਿੰਨੇ ਹੋਣਗੇ। ਉਹ ਜਸਟਿਸ ਮਿਨਿਸਟਰ ਰਹੇ ਨੇ ਜਿਨ੍ਹਾਂ ਤੋਂ ਪੁੱਛਗਿੱਛ ਹੋ ਚੁੱਕੀ, ਵਿੱਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਵੇਲੇ ਜਸਟਿਸ ਮਿਨਿਸਟਰ ਆਪ ਪੁੱਛਗਿੱਛ ਦੇ ਘੇਰੇ 'ਚ ਰਿਹਾ ਹੋਵੇ। ਸੇ ਐਥਿਕਸ ਜਿਹੜੇ ਆ ਉਹਨਾਂ ਤੋਂ ਮੇਰਾ ਖਿਆਲ ਉਮੀਦ ਰੱਖਣੀ ਉਹ ਦੂਰ ਦੀ ਗੱਲ ਹੈ। ਅੱਛਾ ਜਸਵੀਰ ਜੀ, ਇੱਕ ਜਿਹੜੀ ਬਾਈ ਇਲੈਕਸ਼ਨ ਹੋਈ ਆ ਉੱਥੇ ਫੋਰਟ ਮੈਕਮਰੀ ਦੀ, ਉਹਦੇ ਬਾਰੇ ਦੱਸੋ। ਉਹਦੇ 'ਚ ਇਹਨਾਂ ਦਾ ਤੇ ਜਿਹੜੇ ਉਹ UCP ਦੇ ਪਹਿਲੇ ਲੀਡਰ ਸੀਗੇ ਬ੍ਰਾਇਨ ਜੀਨ ਹੋਰੀ, ਉਹਨਾਂ ਨਾਲ ਵੀ ਇਹਨਾਂ ਦੀ ਹੁਣ ਥੋੜ੍ਹੀ ਜਿਹੀ ਮਤਲਬ ਥੋੜ੍ਹੀ ਜਿਹੀ ਕੀ ਜੀ, ਮੈਨੂੰ ਲੱਗਦਾ ਵੀ ਉਹ ਓਪਨਲੀ ਗੱਲਬਾਤ ਪੂਰੀ ਖਟਪਟੀ, ਉਹ ਵੀ ਚਾਹੁੰਦੇ ਆ ਵੀ ਇਹ ਰਿਜ਼ਾਈਨ ਕਰ ਜਾਣ। ਮੈਂ ਸਮਝਦਾ ਜੀ ਇਹਨੂੰ ਦੋ ਗੱਲਾਂ 'ਚ ਦੇਖਿਆ ਜਾ ਸਕਦਾ ਹੈ। ਬੇਸਿਕਲੀ ਇਹ ਠੀਕ ਹੈ ਕਿ ਲੋਕਾਂ ਦੀ ਜਿਹੜੀ ਦਿਲਚਸਪੀ ਹੁੰਦੀ ਹੈ ਇਸ ਗੱਲ ਦੇ ਵਿੱਚ ਕਿ ਪਾਰਟੀਆਂ ਦੇ ਅੰਦਰ ਕੀ ਵਾਪਰ ਰਿਹਾ, ਉਹਦੇ ਬਾਰੇ ਵੀ ਇੱਕ ਉਤਸੁਕਤਾ ਹੁੰਦੀ, ਤੁਹਾਨੂੰ ਕਿਉਰਿਓਸਿਟੀ ਹੁੰਦੀ ਹੈ। ਪਰ ਐਜ਼ ਅ ਪੋਲੀਟੀਸ਼ੀਅਨ ਮੈਂ ਉਹਨੂੰ ਦੂਸਰੇ ਢੰਗ ਨਾਲ ਜੋੜ ਕੇ ਦੇਖਦਾ ਵੀ ਇਹ ਸਾਰੇ ਪ੍ਰੋਸੈਸ ਦੇ ਵਿੱਚ
ਜਿੱਥੋਂ ਜਿਹੜੇ ਉੱਥੇ ਦੇ ਲੋਕਲ ਐਮਐਲਏ ਸੀ ਉਹ ਮੈਂਬਰ ਪਾਰਲੀਮੈਂਟ ਬਣ ਗਏ ਤੇ ਹੁਣ ਉੱਥੇ ਇਲੈਕਸ਼ਨ ਡਿਊ ਆ। ਜੋ ਕੁਝ ਵੀ ਉਹਦੀ ਡਿਵੈਲਪਮੈਂਟ ਹੋ ਰਹੀ ਹੈ ਲੋਕਾਂ ਦੇ ਪੱਖ ਤੋਂ ਉਹਨੂੰ ਕਿਸ ਤਰ੍ਹਾਂ ਸਮਝ ਸਕਦੇ ਕਿ ਲੋਕਾਂ ਨੂੰ ਉਹਦੇ 'ਚ ਕੋਈ ਆਸ ਹੈ। ਪਰ ਜਿਹੜਾ ਬਹੁਤ ਵੱਡਾ ਇਹਦੇ ਵਿੱਚ ਦੁਖਦਾਈ ਪੱਖ ਇਹ ਹੈ ਕਿ ਉਹਦੇ 'ਚੋਂ ਯੂਸੀਪੀ ਦੇ ਅੰਦਰਲੀ ਲੜਾਈ ਤਾਂ ਦਿਸ ਰਹੀ ਹੈ, ਪਰ ਯੂਸੀਪੀ ਜਿਹੜੀ ਇਸ ਵੇਲੇ ਰੂਲ ਕਰ ਰਹੀ ਆ ਅਲਬਰਟਾ ਦੇ ਵਿੱਚ, ਜਾਂ ਜਿਹੜੇ ਉੱਥੇ ਪੁਰਾਣੇ ਲੀਡਰ ਨੇ ਯੂਸੀਪੀ ਜਿਹੜੇ ਵਾਈਲਡ ਰੋਜ਼ ਦੇ ਸੀ ਪਏ ਉਹ ਕੰਟੈਸਟ ਦੇ ਵਿੱਚ ਬਾਹਰ ਹੋ ਗਏ। ਤੇ ਮੈਂ ਸਮਝਦਾ ਕਿ ਉਹ ਲੋਕਾਂ ਨੂੰ ਆਲਟਰਨੇਟ ਕੀ ਦੇ ਰਹੇ ਨੇ, ਉਹ ਪ੍ਰਪੋਜ਼ ਕੀ ਕਰ ਰਹੇ ਨੇ, ਜਿੱਥੇ ਜਿਹੜੀ ਉਹ ਸਪੈਸੀਫਿਕਲੀ ਇੱਕ ਤਾਂ ਪ੍ਰੋਵਿੰਸ ਹੈ, ਇੱਕ ਉਹ ਏਰੀਆ ਜਿਹਦੀ ਇਕੋਨਮੀ ਜਿਹੜੀ ਆਇਲ ਸੈਕਟਰ ਦੇ ਉੱਤੇ ਡਿਪੈਂਡੈਂਟ ਹੈ, ਐਗਰੀਕਲਚਰ ਤੇ ਆਇਲ ਸੈਕਟਰ ਜਿਹੜਾ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਹੈ। ਤੇ ਉਹ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਉਹਨਾਂ ਕੋਲ ਪ੍ਰਪੋਜ਼ਲ ਕੀ ਨੇ ਲੋਕਾਂ ਲਈ, ਤੇ ਉਹਨਾਂ ਕੋਲ ਬੇਸਿਕਲੀ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ, ਚਾਹੇ ਉਹ ਇੱਕ ਧੜਾ ਚਾਹੇ ਦੂਜਾ ਧੜਾ। ਉਸ ਇਲੈਕਸ਼ਨ ਦੇ ਜ਼ਰੀਏ ਉਹ ਆਪਣੀ ਇੰਟਰਨਲ ਲੜਾਈ ਜਿਹੜੀ ਆ ਉਹਨੂੰ ਵਿਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਇੱਕ ਬਹੁਤ ਵੱਡਾ ਹੁਣੇ ਕਨਵੈਨਸ਼ਨ ਹੋ ਕੇ ਹਟੀ ਆ, ਰੂਰਲ ਮਿਊਨਿਸਪੈਲਿਟੀਜ਼ ਦੀ ਕਨਵੈਨਸ਼ਨ ਹੋਈ ਸੀ। ਅਸੀਂ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਬ੍ਰੌਡਬੈਂਡ ਇੰਟਰਨੈਟ ਕਨੈਕਸ਼ਨ ਦਾ ਰੂਰਲ ਏਰੀਆ ਦੀ ਪ੍ਰਪੋਜ਼ਲ ਜਿਹੜੀ ਆਪਣੀ ਉਹ ਪੇਸ਼ ਕੀਤੀ ਆ। ਉਹਨੂੰ ਵਾਈਡਲੀ ਜਿਹੜਾ ਉਹਨਾਂ ਨੇ ਬਹੁਤ ਹੀ ਜਾਣ ਕੇ ਵੈਲਕਮ ਕੀਤਾ ਰੂਰਲ ਕਮਿਊਨਿਟੀਜ਼ ਨੇ, ਕਿਉਂਕਿ ਤੁਸੀਂ ਅੰਦਾਜ਼ਾ ਲਾਇਓ, ਮੈਨੂੰ ਉੱਥੇ ਦੇ ਕਾਉਂਸਲਰ, ਮੈਂ ਉੱਥੇ ਦੇ ਮੇਅਰਸ ਮੈਂ ਆਪ ਮਿਲਿਆ, ਉਹ ਕਹਿੰਦੇ ਜਦੋਂ ਸਾਡੇ ਬੱਚੇ ਘਰੋਂ ਰਹਿ ਕੇ ਆਨਲਾਈਨ ਪੜ੍ਹਦੇ ਸੀ, ਸਾਡਾ ਤਾਂ ਇੰਟਰਨੈਟ ਇੰਨਾ ਸਲੋ ਆ ਕਿ ਇੱਕ ਬੰਦਾ ਐਟ ਏ ਟਾਈਮ ਮੇ ਵੀ ਦੇ ਕੈਨ ਗੋ ਆਨਲਾਈਨ, ਜੇ ਘਰ 'ਚ ਦੋ ਬੰਦੇ ਸਾਡਾ ਇੰਟਰਨੈਟ ਹੀ ਨਹੀਂ ਚੱਲਦਾ। ਸਾਡੀ ਇਹ ਸਿਚੁਏਸ਼ਨ। ਖੈਰ ਜਸਵੀਰ ਜੀ, ਗੱਲਾਂ ਤਾਂ ਹੋਰ ਵੀ ਬਹੁਤ ਕਰਨ ਵਾਲੀਆਂ ਰਹਿ ਗਈਆਂ, ਸਮਾਂ ਹੋ ਗਿਆ, ਫਿਰ ਆਉਂਦੇ ਨਵੇਂ ਸਾਲ ਦੇ ਵਿੱਚ ਗੱਲਬਾਤ ਕਰਾਂਗੇ। ਵੈਸੇ ਨਵੇਂ ਸਾਲ ਲਈ ਤੁਸੀਂ ਕੋਈ ਗੱਲ ਕਹਿਣੀ ਚਾਹੋ? ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਇੱਕ ਵਾਰੀ ਤੁਸੀਂ ਮੈਨੂੰ ਮੌਕਾ ਦਿੱਤਾ, ਤੇ ਆਪਣੇ ਸਰੋਤਿਆਂ ਨੂੰ ਵੀ, ਤੁਹਾਨੂੰ ਵੀ, ਸਾਰਿਆਂ ਨੂੰ ਵੀ ਆਉਣ ਵਾਲਾ ਜਿਹੜਾ ਨਵਾਂ ਵਰ੍ਹਾ ਮੁਬਾਰਕ ਹੋਵੇ। ਤੇ ਬਾਕੀ ਇੱਦਾਂ ਜੀ ਵੀ ਜ਼ਿੰਦਗੀ ਆਸ ਦੇ ਨਾਲ ਹੀ ਆ, ਤੇ ਹੈਲਥ ਆਰਡਰਸ ਜਿਹੜੇ ਨੇ ਉਹਨਾਂ ਨੂੰ ਜਿਹੜਾ ਮੰਨਣਾ ਬਹੁਤ ਜ਼ਰੂਰੀ ਹੈ। ਜਿਸ ਹਾਲਤ 'ਚ ਲੰਘ ਰਹੇ ਆ, ਵੈਕਸੀਨੇਸ਼ਨ ਆਪਣੀ ਜ਼ਰੂਰ ਕਰਾਓ, ਕਿਉਂਕਿ ਵੈਕਸੀਨੇਸ਼ਨ ਦੇ ਨਾਲ ਬਹੁਤ ਸਾਰੀ ਜਿਹੜੀ ਆ ਇਹ ਬਿਮਾਰੀ ਜਿਹੜੀ ਆ ਉਹ ਬਚਾਅ ਹੁੰਦਾ ਇਸ ਗੱਲ ਦਾ। ਤੇ ਬਾਕੀ ਇਲੈਕਸ਼ਨਾਂ ਵੀ ਆਉਣੀਆਂ ਨੇ, ਫੋਰਟ ਮੈਕਮਰੀ ਵਾਲੀ ਇਲੈਕਸ਼ਨ ਆ ਰਹੀ ਆ, ਤੇ ਮੈਂ ਸਮਝਦਾ ਜਿਹੜੇ ਵੀ ਲੋਕ ਸਰਕਾਰ ਨੂੰ, ਆਪੋਜੀਸ਼ਨ ਨੂੰ ਜਿਸ ਤਰ੍ਹਾਂ ਦਾ ਵੀ ਮੈਸੇਜ ਦੇਣਾ ਚਾਹੁੰਦੇ ਨੇ, ਉਹ ਉਹਦੇ ਤੇ ਅੱਖ ਵੀ ਰੱਖਣ, ਤੇ ਉਸ ਤਰ੍ਹਾਂ ਦੀ ਪੋਲੀਟੀਕਲ ਜਿਹੜੀ ਪਾਰਟੀਆਂ ਜਿਹਦੀ ਵੀ ਧਿਰ ਦੀ ਸਪੋਰਟ ਕਰਨੀ ਚਾਹੁੰਦੇ ਨੇ, ਤੇ ਮੈਂ ਸਮਝਦਾ ਉਹਦੇ ਵਿੱਚ ਆਪਣੀ ਆਵਾਜ਼ ਜ਼ਰੂਰ ਪਹੁੰਚਾਉਣ। ਬਹੁਤ ਬਹੁਤ ਧੰਨਵਾਦ ਜੀ। ਸੋ ਅਲਬਰਟਾ ਵੀਕਲੀ 'ਚ ਇਸ ਹਫ਼ਤੇ ਇੰਨਾ ਹੀ। ਸਾਰਿਆਂ ਨੂੰ ਨਵਾਂ ਸਾਲ ਜਿਹੜਾ ਉਹਦੀ ਅਸੀਂ ਮੁਬਾਰਕਬਾਦ ਦਿੰਦੇ ਹਾਂ। ਆਉਣ ਵਾਲੇ 2022 ਦੀ ਰੱਬ ਰਾਖਾ। ਅਗਲੇ ਐਤਵਾਰ ਨੂੰ ਫਿਰ ਮੁਲਾਕਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।